सिर्फ आवाज़ चकना साडा मकसद नहीं, सिर्फ खुशफहमी विच रहना साडी आदत नहीं। असीं रंगमंच दे परिंदे हाँ, हर रोज़ एक कलात्मक उड़ान की उड़ीक रखते हैं। जी आया नूं तुहाडा सारिआं दा ते सारिआं नूं दिलों वर्ल्ड थिएटर डे की बहुत बहुत मुबारक। ਤੁਹਾਨੂੰ ਵੀ ਮੁਬਾਰਕ। शुरुआत तो इत्थों करते हैं कि मेरे सुपनिਆਂ ਦਾ रंगमंच हर कोई सिरजदा एक सुपना ਤੇ ਉਸ ਨੂੰ ਫਿਰ ਸਾਰਥਕ ਵੀ ਕਰਨਾ ਚਾਹੁੰਦਾ। ਤੁਹਾਡੇ ਸੁਪਨਿਆਂ ਦਾ ਰੰਗਮੰਚ ਕੀ ਸੀ? ਦੇਖੋ, ਜਦੋਂ ਅਸੀਂ ਦੂਜਿਆਂ ਦੇ ਨਾਟਕ ਦੇਖ ਕੇ ਤੇ ਲੱਗਦਾ ਸੀਗਾ ਯਾਰ ਪਤਾ ਨਹੀਂ ਰੱਬ ਨੇ ਇਹਨਾਂ ਨੂੰ ਕਿੱਡੀ ਵੱਡੀ ਦਾਤ ਬਖਸ਼ੀ ਹੈ ਕਿ ਇਹ ਬੰਦੇ ਕਿੱਦਾਂ ਕਰਦੇ ਹੋਣਗੇ, ਹੈ ਨਾ। ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਉਹਨਾਂ ਦੇ ਨਾਲ ਰਲੇ, ਥੀਏਟਰ ਗਰੁੱਪਸ ਨਾਲ ਰਲੇ, ਤੇ ਉਦੋਂ ਮਕਸਦ ਇਹੀ ਹੁੰਦਾ ਸੀਗਾ ਵੀ ਯਾਰ ਅਗਲੇ ਦਿਨ ਦੇਖਿਆ ਅਖਬਾਰ 'ਚ ਨਾਂ ਆ ਰਿਹਾ, ਬੜੇ ਖੁਸ਼ ਹੋਈਦਾ ਸੀ, ਕਦੀ ਕਦੀ ਫੋਟੋ ਵੀ ਆ ਜਾਣੀ ਨਾ। ਤੇ ਉਦੋਂ ਸੋਚ ਬਸ ਇੰਨੀ ਕੁ ਹੁੰਦੀ ਸੀ ਕਿ ਪਬਲਿਸਿਟੀ ਟਾਈਪ। ਪਰ ਜਿਉਂ-ਜਿਉਂ ਇਸ ਸਫ਼ਰ 'ਚ ਅੱਗੇ ਵੱਧਦੇ ਗਏ ਫਿਰ ਪਤਾ ਚੱਲਦਾ ਗਿਆ ਕਿ ਯਾਰ ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈ ਨਾ। ਇੱਕ ਤਾਂ ਇੱਦਾਂ ਦਾ ਖੂਹ ਹੈ ਜਿਹਦੇ ਜਿੰਨਾ ਡੂੰਘਾ ਜਾਂਦੇ ਰਹੋ ਉਨੀ ਤੁਹਾਨੂੰ ਜ਼ਿਆਦਾ ਨੌਲੇਜ ਮਿਲਦੀ ਜਾਂਦੀ ਹੈ। ਤੁਸੀਂ ਸੁਪਨੇ ਦੀ ਗੱਲ ਕਰ ਰਹੇ ਹੋ ਨਾ, ਸੁਪਨਾ ਮੈਂ ਸਮਝਦਾ ਸੁਪਨਾ ਇੱਕ ਤਾਂ ਹੁੰਦਾ ਰਾਤ ਨੂੰ ਆਪਾਂ ਸੁੱਤਿਆਂ ਪਿਆਂ ਸਾਨੂੰ ਕੋਈ ਸੁਪਨਾ ਆ ਜਾਂਦਾ, ਉਹ ਅਚੇਤ ਮਨ ਰਾਹੀਂ ਆਉਂਦਾ। ਬਟ ਅਸੀਂ ਜਿਹੜਾ ਸਾਡਾ ਰੰਗਮੰਚ ਦਾ ਸੁਪਨਾ ਹੈ ਅਸੀਂ ਦਿਨ ਵੇਲੇ ਲਿਆ ਸੀ, ਅੱਖਾਂ ਖੋਲ੍ਹ ਕੇ ਲਿਆ ਸੀ ਸੁਪਨਾ ਨਾ। ਇਸ ਕਰਕੇ ਇਸ ਸੁਪਨੇ ਦਾ ਸਾਈਜ਼ ਇੱਕੋ ਜਿਹਾ ਨਹੀਂ ਹੋ ਸਕਦਾ। ਜਦੋਂ ਅਸੀਂ ਲਿਆ ਸੀ ਸੁਪਨਾ ਉਦੋਂ ਸ਼ਾਇਦ ਸੁਪਨਾ ਬਹੁਤ ਛੋਟਾ ਸੀ ਕਿ ਬਸ ਸਟੇਜ 'ਤੇ ਜਾਣਾ ਅਤੇ ਲੋਕਾਂ ਤੋਂ ਵਾਹ ਲੈਣੀ ਹੈ ਨਾ। ਹੌਲੀ ਹੌਲੀ ਲੱਗਾ ਕਿ ਇਹ ਤਾਂ ਸੁਪਨਾ, ਇਹ ਤਾਂ ਜਿੰਨਾ ਮਰਜ਼ੀ ਫੈਲਾ ਲਓ ਇਸ ਸੁਪਨੇ ਨੂੰ ਤੁਸੀਂ, ਇਹ ਬਹੁਤ ਵਸੀਹ ਹੈ ਅਤੇ ਤੁਸੀਂ ਲੋਕਾਂ ਤੱਕ ਪਹੁੰਚ ਸਕਦੇ ਹੋ। ਔਰ ਫਿਰ ਲੋਕਾਂ ਦਾ ਵੀ ਕੋਈ ਇਹ ਪੈਰਾਮੀਟਰ ਨਹੀਂ ਕਿ ਤੁਸੀਂ ਕਿਹਨਾਂ ਲੋਕਾਂ ਤੱਕ ਪਹੁੰਚਣਾ। ਤਾਂ ਅਸੀਂ ਚੰਡੀਗੜ੍ਹ 'ਚ ਰਹਿੰਦੇ ਹਾਂ, ਚੰਡੀਗੜ੍ਹ ਦੇ ਜਿਹੜੇ ਦਰਸ਼ਕ ਨੇ, ਸ਼ਹਿਰੀ ਦਰਸ਼ਕ, ਅਸੀਂ ਉਹਨਾਂ ਨੂੰ ਵੀ ਥੀਏਟਰ ਹੈ ਨਾ ਕੈਟਰ ਕਰਦੇ ਹਾਂ। ਅਤੇ ਜਿਹੜੇ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ, ਈਵਨ ਬਹੁਤ ਗਰੀਬ ਬਸਤੀਆਂ ਵਿੱਚ ਰਹਿੰਦੇ ਆ, ਉਹਨਾਂ ਤੱਕ ਵੀ ਮੈਂ ਥੀਏਟਰ ਦੇ ਜ਼ਰੀਏ ਪਹੁੰਚਿਆ। ਅਨੀਤਾ ਜੀ ਦੀ ਮੁਸਕਰਾਹਟ ਜਿਹੜੀ ਉਹ ਐਕਸਾਈਟਮੈਂਟ ਦਿਖਾ ਰਹੀ ਵਰਲਡ ਥੀਏਟਰ ਡੇ ਦੀ। ਬਿਲਕੁਲ ਜੀ, ਵਰਲਡ ਥੀਏਟਰ ਡੇ ਸਾਡੇ ਲਈ ਬਹੁਤ ਅਹਿਮ ਦਿਨ ਹੈ। ਬਚਪਨ ਤੋਂ ਹੀ ਨਾਟਕ ਦੇਖਦੇ ਹੁੰਦੇ ਸੀ ਗੁਰਸ਼ਨ ਭਾਜੀ ਦੇ, ਦਵਿੰਦਰ ਦਮਨ ਜੀ ਦੇ। ਤਾਂ ਉਦੋਂ ਨਾਟਕ ਦੇਖ ਕੇ ਆ ਕੇ ਨਕਲ ਕਰਨੀ, ਉਸ ਨੂੰ ਕੰਟੀਨਿਊਟੀ ਦੇ ਵਿੱਚ ਪਰਫੋਰਮ ਕਰਨ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਇੱਕ ਸ਼ੁਰੂਆਤ ਹੋਈ ਸੀ। ਅਤੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਨੂੰ ਰੰਗਮੰਚ ਦੀ ਦੁਨੀਆ ਵਿੱਚ ਪੈਦਾ ਕਰਨ ਵਾਲੇ ਡਾਕਟਰ ਆਤਮਜੀਤ ਜੀ ਨੇ ਅਤੇ ਰੰਗਮੰਚ ਦੀ ਦੁਨੀਆ 'ਚ ਪਾਲ ਪੋਸ ਕੇ ਵੱਡਾ ਕਰਨ ਵਾਲੇ ਗੁਰਸ਼ਨ ਭਾਜੀ ਨੇ। ਮੈਂ ਥੋੜ੍ਹਾ ਜਿਹਾ ਡਿਫਰ ਕਰਾਂਗੀ। ਮੈਂ ਸੁਪਨਿਆਂ ਦੇ ਰੰਗਮੰਚ ਦੀ ਕੌਨਸੈਪਟ ਵਿੱਚ ਬਿਲੀਵ ਨਹੀਂ ਕਰਦੀ। ਮੈਂ ਸੋਚਦੀ ਹਾਂ ਕਿ ਰੰਗਮੰਚ ਜ਼ਿੰਦਗੀ ਦਾ, ਸੱਚਾਈ ਦਾ, ਰਿਐਲਿਟੀ ਦਾ ਉਹ ਰੰਗਮੰਚ ਹੈ। ਇੱਕ ਅਮਰੀਕਨ ਡਾਇਰੈਕਟਰ ਹੈ ਜੂਲੀਅਨ ਬੈਕ, ਉਹ ਇਹ ਕਹਿੰਦਾ ਤੁਸੀਂ ਕਿਉਂ ਜਾਂਦੇ ਹੋ ਥੀਏਟਰ? ਉੱਥੇ ਜਾ ਕੇ ਤੁਸੀਂ ਸੁਪਨਿਆਂ 'ਚ ਗੁੰਮ ਹੋਣ ਲਈ ਨਹੀਂ ਜਾਂਦੇ, ਵਰਲਡ ਆਫ ਫੈਂਟਸੀ ਦੇ ਵਿੱਚ ਜਾ ਕੇ ਨਹੀਂ ਤੁਸੀਂ ਉੱਥੇ ਜਾਂਦੇ। ਤੁਸੀਂ ਜਾਣਦੇ ਹੋ ਕਿ ਤੁਹਾਡਾ ਜਿਹੜਾ ਸਕਲ ਹੈ ਇਹਨੂੰ ਓਪਨ ਕਰ ਸਕੋ ਔਰ ਇਹਦੇ ਵਿੱਚ ਥੋੜ੍ਹੀ ਆਕਸੀਜਨ ਜਾਣ ਦੀ ਇਜਾਜ਼ਤ ਦਿਓ। ਇਹ ਹੈ ਰੰਗਮੰਚ ਦਾ। ਸੋ ਪਹਿਲੀ ਵਾਰ ਜਦੋਂ ਮੈਂ ਭਗਵਦ ਅਜੂਕਯਮ ਪਲੇ ਦੇ ਵਿੱਚ ਬਸੰਤ ਸੈਨਾ ਦਾ ਰੋਲ ਕੀਤਾ ਅਤੇ ਮੈਨੂੰ ਗਾਉਣ ਦਾ ਮੌਕਾ ਮਿਲਿਆ ਆਪਣੀ ਪੂਰੇ ਵਜੂਦ ਦੇ ਨਾਲ। ਪਹਿਲੇ ਮੈਂ ਗਾਉਂਦੀ ਸਾਂ ਆਪਣਾ ਬੈਠ ਕੇ ਗਲੇ ਨਾਲ, ਅਤੇ ਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਵਜੂਦ ਨਾਲ ਕਿਵੇਂ ਗਾਇਆ ਜਾਂਦਾ ਹੈ। ਸੋ ਆਈ ਯੂਜ਼ਡ ਮਾਈ ਹੋਲ ਬੋਡੀ, ਮਾਈ ਸਾਈਕੀ, ਮਾਈ ਹੋਲ ਬੀਇੰਗ when I sang a classical raga on stage. So ਉਹ ਮੇਰਾ ਸੁਪਨਿਆਂ ਦਾ ਸੀ, ਇੱਕ realization of a dream। ਅਸੀਂ ਪੰਜਾਬ ਦੇ ਅਤੇ ਰੰਗਮੰਚ ਦੇ ਰਿਸ਼ਤੇ ਦੀ ਗੱਲ ਕਰੀਏ, ਉਸ ਪਿਛੋਕੜ 'ਤੇ ਵੀ ਨਜ਼ਰ ਮਾਰਨਾ ਚਾਹੀਏ। ਉਸ 'ਤੇ ਵੀ ਚਾਹਾਂਗੇ ਕਿ ਤੁਸੀਂ ਥੋੜ੍ਹਾ ਜਿਹਾ ਚਾਨਣ ਪਾਓ ਤਾਂ ਕਿ ਅੱਜ ਦੀ ਪਨੀਰੀ ਨੂੰ ਵੀ ਪਤਾ ਲੱਗੇ ਕਿ ਹਾਂ ਪੰਜਾਬ ਦਾ ਸਿਰਫ ਰੰਗਮੰਚ ਨਾਲ ਇਹ ਕੋਈ 2, 4, 10, 15, 20 ਸਾਲ ਦਾ ਰਿਸ਼ਤਾ ਨਹੀਂ, ਬਹੁਤ ਪੁਰਾਣਾ ਰਿਸ਼ਤਾ ਹੈ। ਹਾਂ, ਅਸੀਂ ਲਗਭਗ ਹੁਣ 100 ਸਾਲ ਕੰਪਲੀਟ ਕਰਕੇ ਹਟੇ ਹਾਂ ਨਾ ਥੀਏਟਰ ਦੇ। 1913 ਦੇ ਵਿੱਚ ਪੰਜਾਬੀ ਥੀਏਟਰ ਜਿਹੜਾ ਹੈਗਾ ਉਹ ਸਟਾਰਟ ਹੁੰਦਾ ਨੋਰਾ ਤੋਂ, ਹੈ ਨਾ। ਨੋਰਾ 1911 ਦੇ ਵਿੱਚ ਇੰਡੀਆ ਆਉਂਦੀ ਹੈ ਆਇਰਲੈਂਡ ਤੋਂ ਚੱਲ ਕੇ ਆਪਣੇ ਹਸਬੈਂਡ ਦੇ ਨਾਲ, ਅਤੇ ਉਹ ਲਾਹੌਰ ਦੇ ਸਟੂਡੈਂਟਸ ਨਾਲ ਪਹਿਲਾਂ ਇੰਗਲਿਸ਼ ਪਲੇਜ਼ ਕਰਦੀ ਹੈ, ਸ਼ੇਕਸਪੀਅਰ ਦੇ ਪਲੇਜ਼ ਕਰਦੀ ਹੈ। ਬਹੁਤ ਇੰਟਰਸਟਿੰਗ ਗੱਲ ਹੈ। ਫਿਰ ਉਹਨੂੰ ਲੱਗਦਾ ਕਿ ਨਹੀਂ, ਇਹ ਜਿਹੜੇ ਬੱਚੇ ਨੇ, ਇਹ ਪੰਜਾਬ ਦੇ ਬੱਚੇ ਨੇ, ਲਾਹੌਰ ਦੇ ਬੱਚੇ ਨੇ, ਇਹਨਾਂ ਨੂੰ ਮੈਂ ਸ਼ੇਕਸਪੀਅਰ ਦੀ ਪਲੇਅ ਕਰਾਵਾਂਗੇ ਅਤੇ ਇਹਨਾਂ ਨੂੰ ਉਸ ਈਡੀਅਮ ਨਾਲ ਆਪਣੇ ਆਪ ਨੂੰ ਰਿਲੇਟ ਹੀ ਨਹੀਂ ਕਰ ਪਾਉਣਗੇ, ਉਹ ਐਕਸਪ੍ਰੈਸ਼ਨ ਹੀ ਨਹੀਂ ਆਏਗਾ, ਉਹ ਭਾਸ਼ਾ ਨਹੀਂ ਆਏਗੀ, ਉਹ ਕਲਚਰ ਨਹੀਂ ਆਏਗਾ। ਦੈਨ ਉਹਨੇ ਇਕੱਠੇ ਕੀਤੇ ਲੜਕੇ, ਹੈ ਨਾ, ਸਟੂਡੈਂਟਸ। ਉਹਨੂੰ ਕਿਹਾ ਜੋ ਤੁਹਾਡੇ ਸਮਾਜ 'ਚ ਵਾਪਰ ਰਿਹਾ, ਜੋ ਤੁਹਾਡੇ ਆਲੇ ਦੁਆਲੇ ਜਿਹੜੀਆਂ ਪ੍ਰੋਬਲਮਸ ਨੇ, ਜਿਨ੍ਹਾਂ ਨੂੰ ਤੁਸੀਂ ਐਡਰੈਸ ਕਰਨਾ ਚਾਹੁੰਦੇ ਹੋ, ਜਿਨ੍ਹਾਂ ਬਾਰੇ ਗੱਲਾਂ ਕਰਦੇ ਹੋ, ਔਰ ਉਹ ਭਾਸ਼ਾ ਜਿਹੜੀ ਤੁਹਾਡੇ ਦੇਖਣ ਆਉਂਦੇ ਉਹ ਭਾਸ਼ਾ। ਫਿਰ ਉਹਨੇ ਇਹਨਾਂ ਨੂੰ ਕੀਤਾ, IC ਨੰਦਾ ਨੂੰ, ਰਜਿੰਦਰ ਲਾਲ ਸਾਹਨੀ ਨੂੰ, ਭਟਨਾਗਰ ਨੂੰ, ਕਿ ਤੁਸੀਂ ਕਰਾਓ। ਫਿਰ ਉਹਨੇ ਕੰਪੀਟੀਸ਼ਨ ਕਰਾਉਣੇ ਸ਼ੁਰੂ ਕੀਤੇ। ਫਿਰ 1913 ਦੇ ਵਿੱਚ ਪਹਿਲਾ ਪੰਜਾਬੀ ਦਾ ਨਾਟਕ ਦੁਲਹਨ, ਜਿਹੜਾ ਬਾਅਦ 'ਚ ਸੁਹਾਗ ਬਣਿਆ ਨਾਟਕ, ਹੈ ਨਾ, ਉਹ ਬਣਿਆ। ਲਗਾਤਾਰ ਫਿਰ ਨਾਟਕ ਸ਼ੁਰੂ ਹੋਏ। ਵੀ ਉਹ ਇੱਕ ਥੀਏਟਰ ਦੀ ਜਦੋਂ ਹਿਸਟਰੀ ਜੇ ਸਾਨੂੰ ਉਹ ਪਤਾ ਹੋਏਗਾ
ਕਿ ਕਿੱਥੋਂ ਚੱਲ ਕੇ ਕਿੱਥੇ ਪਹੁੰਚੀ ਹੈ, ਤਾਂ ਉਹ ਬਹੁਤ ਵੱਡੀ ਗੱਲ ਹੈ। ਸਾਹਿਬ ਸਿੰਘ ਨੇ ਜਿਹੜੀ ਗੱਲ ਕੀਤੀ ਹੈ, ਨੋਰਾ ਰਿਚਰਡਸ ਸੀ, ਸਭ ਤੋਂ ਸ਼ੁਰੂਆਤ ਉੱਥੇ ਹੁੰਦੀ ਹੈ। ਆਈਸੀ ਨੰਦਾ ਨੂੰ ਫਾਦਰ ਆਫ ਪੰਜਾਬੀ ਥੀਏਟਰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਵੀ ਪਲੇ ਰਾਈਟਸ ਹੈਗੇ ਨੇ, ਰੰਗਮੰਚ ਹੁੰਦਾ ਰਿਹਾ, ਲੇਕਿਨ ਰੰਗਮੰਚ ਜਿਹੜਾ ਹੁੰਦਾ ਰਿਹਾ ਉਹਦਾ ਸਤਰ ਬੜਾ ਲੋ ਸੀ। ਪੰਜਾਬੀ ਰੰਗਮੰਚ ਵਿੱਚ ਇੱਕ ਰੈਵੋਲਿਊਸ਼ਨ ਪੈਦਾ ਹੋਈ, ਮੈਂ ਉਹਨੂੰ ਪੰਜਾਬੀ ਰੰਗਮੰਚ ਹੀ ਕਹਾਂਗੀ, ਜਦੋਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਡਰਾਮਾ ਡਿਪਾਰਟਮੈਂਟ ਐਸਟੈਬਲਿਸ਼ ਹੋਇਆ। ਔਰ ਇਹਦਾ ਸਿਹਰਾ ਬਲਵੰਤ ਗਾਰਗੀ ਨੂੰ ਜਾਂਦਾ, ਜਿਹਨੇ ਕਿ ਇਸ ਡਿਪਾਰਟਮੈਂਟ ਨੂੰ ਫਾਊਂਡ ਕੀਤਾ, ਕਿੱਕ ਸਟਾਰਟ ਕੀਤਾ। ਅੱਜ ਕੱਲ੍ਹ ਤੁਸੀਂ ਗੱਲਾਂ ਕਰਦੇ ਹੋ ਨਾ ਵੀ ਇੰਡਸਟਰੀ ਕਿੱਕ ਸਟਾਰਟ ਕਰੋ, ਬਹੁਤ ਉਹਦੇ 'ਚ ਨਾ ਜਾਓ। ਹੀ ਡਿਡ ਦੈਟ, ਹੀ ਹੈਡ ਦ ਵਿਜ਼ਨ, ਯੂ ਨੋ। ਇਨ 1970 ਹੀ ਵਾਜ਼ ਇਨਵਾਈਟਡ ਐਜ਼ ਏ ਪ੍ਰੋਫੈਸਰ। ਉਹਨਾਂ ਨੇ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਇੱਕ ਸਪੇਸ ਚਾਹੀਦੀ ਹੈ ਅਤੇ ਮੈਨੂੰ ਐਕਟਰ ਚਾਹੀਦੇ ਨੇ, ਬਸ। ਉਹਨਾਂ ਨੇ ਆ ਕੇ ਇੱਥੇ ਇੰਟਰੋਡਿਊਸ ਕੀਤਾ ਕਿ ਪ੍ਰੋਫੈਸ਼ਨਲ ਥੀਏਟਰ ਕੀ ਹੁੰਦਾ ਹੈ ਪਹਿਲੀ ਵਾਰ, ਔਰ ਉਹਦਾ ਇੰਪੈਕਟ ਸਾਰੇ ਰੰਗ ਕਰਮੀਆਂ ਦੇ ਉੱਤੇ ਪਿਆ, ਜਿੰਨੇ ਇੱਥੇ ਰੰਗਮੰਚ ਕਰ ਰਹੇ ਸਨ ਉਹਨਾਂ ਦੇ ਉੱਤੇ ਪਿਆ। ਇੱਥੋਂ ਤੱਕ ਕਿ ਉਹ ਟਰੈਵਲ ਕਰਦਾ ਹੋਇਆ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਉਹਦਾ ਇੰਪੈਕਟ ਪਿਆ। ਕਿਉਂ ਪਿਆ? ਕਿਉਂਕਿ ਇਹ ਮਾਸਟਰਸ ਡਿਗਰੀ ਹੋ ਗਿਆ, ਉਹ ਹਾਲੇ ਵੀ ਡਿਪਲੋਮਾ ਸੀ। ਪਰ ਅਸੀਂ ਕਿਆ ਆਪਣੇ ਨਾਟਕਕਾਰਾਂ ਨੂੰ ਜਾਂ ਆਪਣੇ ਰੰਗ ਕਰਮੀਆਂ ਨੂੰ ਨੈਸ਼ਨਲ ਲੈਵਲ 'ਤੇ ਕੰਪੇਅਰ ਕਰ ਸਕਨੇ ਹਾਂ? ਔਰ ਉਹ ਕਿੱਥੇ ਕਿੱਥੇ ਕਰ ਸਕੇ, ਹੈ ਨਾ, ਕਿਤੇ ਕਿਤੇ ਜਾ ਕੇ ਉਹ ਥੀਏਟਰ ਮੈਚੁਰ ਹੋਇਆ। ਸਵਾਲ ਜਿਹੜਾ ਉੱਥੇ ਇਹ ਪੁਰਜ਼ੋਰ ਤਰੀਕੇ ਨਾਲ ਆਉਂਦਾ ਕਿ ਉਹਨਾਂ ਨੇ ਸ਼ੁਰੂਆਤ ਕੀਤੀ, ਪ੍ਰੋਫੈਸ਼ਨਲ ਥੀਏਟਰ ਵੀ ਹੋ ਗਿਆ, ਪਰ ਅੱਜ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਥੀਏਟਰ ਗਰੁੱਪਸ ਨੇ ਜਾਂ ਉਹ ਕਲਾਕਾਰ ਨੇ ਜਾਂ ਉਹ ਡਾਇਰੈਕਟਰਸ ਨੇ ਜੋ ਮਿਆਰੀ ਥੀਏਟਰ ਕਰ ਰਹੇ ਨੇ? ਸਭ ਤੋਂ ਵੱਡੀ ਗੱਲ ਹੈ ਕਿ ਜਿੱਦਾਂ ਪਹਿਲਾਂ ਨੂਰਾ ਜੀ ਨੇ ਕੀਤਾ, ਆਈਸੀ ਨੰਦਾ ਜੀ ਨੇ ਕੀਤਾ, ਪਰ ਮਾਸਿਸ ਤੱਕ ਜਿਹੜਾ ਥੀਏਟਰ ਲਿਜਾਣ 'ਚ ਨਾ ਗੁਰਸ਼ਰਨ ਭਾਜੀ ਦਾ ਬਹੁਤ ਵੱਡਾ ਹੱਥ ਹੈ। ਬਿਲਕੁਲ, ਹੈ ਨਾ, ਇਸ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਉਹਨੂੰ ਆਪਾਂ ਭੀਸ਼ਮ ਪਿਤਾਮਾ ਜਾਂ ਕਹਿੰਦੇ ਆ ਨਾ। ਔਰ ਕਿੰਨੀਆਂ ਜ਼ਿਆਦਾ ਪ੍ਰੋਬਲਮਸ ਦੇ ਅੰਦਰ ਉਹਨਾਂ ਨੇ ਆਪਣੀ ਪੂਰੀ ਲਾਈਫ ਜਿਹੜੀ ਹੈ ਪੰਜਾਬੀ ਥੀਏਟਰ ਨੂੰ ਦਿੱਤੀ ਹੈ। ਉਹਦਾ ਦੇਣਾ ਮੈਨੂੰ ਲੱਗਦਾ ਪੰਜਾਬੀ ਥੀਏਟਰ ਨਹੀਂ ਦੇ ਸਕਦਾ ਕਦੇ ਵੀ ਨਾ। ਠੀਕ ਹੈ, ਬੰਦੇ ਸ਼ੁਰੂਆਤ ਕਰਦੇ ਆ, ਪਰ ਉਸ ਲਹਿਰ ਨੂੰ ਅੱਗੇ ਲਿਜਾਣਾ, ਮਾਸਿਸ ਤੱਕ ਪਹੁੰਚਾਉਣਾ, ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਐਂਡ ਵਿਦਆਊਟ ਰਿਸੋਰਸਿਸ, ਹੈ ਨਾ, ਸੈਲਫਲੈਸ ਹੋ ਕੇ ਕੰਮ ਕਰਨਾ, ਉਹ ਜਿਹੜਾ ਉਹ ਬਹੁਤ ਵੱਡੀ ਗੱਲ ਸੀ। ਅਤੇ ਜਿਹੜਾ ਅੱਜ ਕੱਲ੍ਹ ਦਾ ਥੀਏਟਰ ਹੈ, ਹੁਣ ਕੀ ਹੈ ਕਿ ਆਡੀਅੰਸ ਵੀ ਜਿਹੜੀ ਹੈ ਕਾਫੀ ਮੈਚੋਰ ਹੈ, ਔਰ ਉਹਦੇ ਨਾਲ ਥੀਏਟਰ ਵੀ ਕਾਫੀ ਮੈਚੋਰ ਹੈ। ਪਰ ਮੈਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਕੀਤਾ, ਜੋ ਕੀਤਾ ਨਾ, ਕਿ ਪੰਜਾਬੀ ਦੇ ਵਿੱਚ ਬੇਸਿਕਲੀ ਸਾਡੇ ਕੋਲ ਸਕ੍ਰਿਪਟਾਂ ਦਾ ਬਹੁਤ ਘਾਟ ਹੈ। ਇਹ ਤੁਸੀਂ ਮੰਨ ਕੇ ਚੱਲੋ ਕਿ ਸਕ੍ਰਿਪਟਾਂ ਦੀਆਂ ਬਹੁਤ ਘਾਟ ਹੈ। ਮੈਂ ਆਪਣੀ ਤੂਤੀ ਨਹੀਂ ਵਜਾ ਰਹੀ, ਲੇਕਿਨ ਆਈ ਵਾਜ਼ ਦ ਫਸਟ ਵਨ, ਸਭ ਤੋਂ ਪਹਿਲੇ ਜਿਹਨੇ ਵਾਰਿਸ ਸ਼ਾਹ ਦੇ ਹੀਰ ਰਾਂਝਾ ਨੂੰ ਓਰੀਜਨਲ ਕਿੱਸੇ ਨੂੰ ਲੈ ਕੇ ਉਹਨੂੰ ਰੀਸਟਰਕਚਰ ਕੀਤਾ ਇਨਟੂ ਏ ਪਲੇਫਾਰਮ ਔਰ ਸਟੇਜ ਦੇ ਉੱਤੇ ਕੀਤਾ। ਉਸ ਤੋਂ ਬਾਅਦ ਸੋਨੀ ਮਾਈਵਾਲ ਵੀ ਕੀਤਾ, ਮਿਰਜ਼ਾ ਸਾਹਿਬਾ ਵੀ ਕੀਤਾ। ਦਿਸ ਵਾਜ਼ ਮਾਈ ਪਾਇਨੀਅਰ ਵਰਕ। ਪਰ ਮੇਰੀ ਕੋਈ ਲੌਬੀ ਨਹੀਂ ਜਿਹੜੀ ਮੇਰੀ ਤੂਤੀ ਵਜਾ ਸਕੇ। ਅਸਲ 'ਚ ਮੈਂ ਤਾਂ ਸਮਝਦਾ ਨਾ ਕਿ ਇੱਦਾਂ ਆਪਾਂ ਨਾ ਕੋਈ ਮਤਲਬ ਕੰਪੈਰੀਜ਼ਨਸ ਨਹੀਂ ਕਰ ਸਕਦੇ, ਹੈ ਨਾ। ਇਹ ਬੱਚਾ ਜਦੋਂ ਜੰਮਦਾ ਤਾਂ ਨੈਚੁਰਲੀ ਉਹ ਇੰਨਾ ਮੈਚਿਓਰ ਨਹੀਂ ਹੁੰਦਾ, ਹੈ ਨਾ। ਅਤੇ ਲੇਕਿਨ ਆਪਾਂ ਮਾਂ ਬਾਪ ਨੂੰ ਕ੍ਰੈਡਿਟ ਤਾਂ ਦੇਣਾ ਹੀ ਪਏਗਾ ਸਾਨੂੰ, ਜਿਨ੍ਹਾਂ ਨੂੰ ਜੰਮਿਆ, ਹੈ ਨਾ। ਸੋ ਆਈਸੀ ਨੰਦਾ ਅਤੇ ਨੋਰਾ ਨੂੰ ਕ੍ਰੈਡਿਟ ਤਾਂ ਜਾਏਗਾ ਕਿ ਉਦੋਂ ਠੀਕ ਹੈ, ਅਸੀਂ ਸਮਝਦੇ ਹਾਂ ਕਿ ਲੀਨੀਅਰ ਕਿਸਮ ਦੀਆਂ ਸਕ੍ਰਿਪਟਾਂ ਹੁੰਦੀਆਂ ਸੀ ਕੁਛ, ਹੈ ਨਾ। ਉਹ ਜੇ ਉਹ ਨਾ ਹੁੰਦਾ ਸ਼ਾਇਦ ਗਾਰਗੀ ਸਾਹਿਬ ਉਹਨਾਂ ਕੁਛ ਨਾ ਕਰ ਚੁੱਕੇ ਹੁੰਦੇ ਨਾ। ਇੱਕ ਕਦਮ ਵੱਧ ਕੇ ਅੱਗੇ ਚੱਲਦਾ, ਫਿਰ ਉਹ ਚੱਲਦਾ। ਉਹਨੂੰ ਗੁਰਸ਼ਰਨ ਸਿੰਘ ਭਾਜੀ ਨੇ ਜਦੋਂ ਇਹ ਸਮਝਿਆ ਵੀ ਨਹੀਂ ਯਾਰ, ਮੈਂ ਗਾਂਧੀ ਗਰਾਊਂਡ ਅੰਮ੍ਰਿਤਸਰ ਦੇ ਵਿੱਚ ਥੀਏਟਰ ਕਰਦਾ, 50-100 ਬੰਦੇ ਨੇ ਥੀਏਟਰ ਦੇਖਣ ਆਉਂਦੇ ਆ, 3 ਮਹੀਨੇ ਬਾਅਦ ਮੈਂ ਫਿਰ ਨਾਟਕ ਕਰਦਾ, ਇਹ ਤਾਂ ਯਾਰ ਸਵਾਦ ਲੈਣ ਹੀ ਆਉਂਦੇ ਆ। ਮੇਰੀ ਅਸਲ ਲੋੜ ਕਿਤੇ ਹੋਰ ਹੈ, ਲੋਕ ਕਿਤੇ ਹੋਰ ਬੈਠੇ। ਗੁਰਸ਼ਨ ਭਾਜੀ ਵਾਜ਼ ਨਾਟ ਏ ਰੰਗਕਰਮੀ, ਹੀ ਵਾਜ਼ ਏ ਸਾਇੰਟਿਸਟ। ਹੀ ਲੈਫਟ ਹਿਜ਼ illustrious job to be in theatre। ਪਹਿਲੀ ਤੇ ਗੱਲ, he was an institution in himself। ਵੱਡਾ ਕੰਮ ਜਿਹੜਾ ਗੁਰਸ਼ਰਨ ਭਾਜੀ ਦਾ ਨਾ, ਜਿਹੜਾ ਨੋਟਿਸੇਬਲ ਹੈ ਪੰਜਾਬੀ ਥੀਏਟਰ ਦੀ ਹਿਸਟਰੀ 'ਚ ਲਿਖਿਆ ਜਾਊਗਾ, ਇਹ ਕਿਸੇ ਵੀ ਡਾਇਰੈਕਟਰ ਨੇ ਹੋਰ ਨਹੀਂ ਕੀਤਾ, ਕਿ ਜਿਹੜੇ ਐਕਟਰ ਪੈਦਾ ਕੀਤੇ ਪੰਜਾਬ ਦੇ ਵਿੱਚ। ਉਹਦਾ ਰੀਜ਼ਨ ਕੀ ਹੈ ਕਿ ਕੋਈ ਬੰਦਾ ਖੇਤੀ ਕਰਦਾ, ਉਹਦਾ ਵੀ ਜੀਅ ਕਰਦਾ ਮੈਂ ਨਾਟਕ ਕਰਨਾ ਚਾਹੀਦਾ, ਹੈ ਨਾ। ਉਹ ਕਿਸੇ ਡਾਇਰੈਕਟਰ ਕੋਲ ਜਾ ਕੇ ਡਾਇਰੈਕਟਰ ਕਰਨੇ ਨਹੀਂ, ਯਾਰ ਇਹ ਤੇਰੇ ਵਾਸਤੇ ਰੋਗ ਨਹੀਂ ਹੈ, ਤਾਂ ਇਲੀਟ ਲੋਕਾਂ ਦਾ ਕੰਮ ਹੁੰਦਾ ਆਮ ਤੌਰ 'ਤੇ, ਹੈ ਨਾ, ਡਾਇਰੈਕਟਰ। ਲੇਕਿਨ ਜੇ ਗੁਰਸ਼ਰਨ ਭਾਜੀ ਕੋਲ ਇੱਕ ਮਜ਼ਦੂਰ ਵੀ ਰਿਕਸ਼ਾ ਚੱਲਣ ਲੱਗ ਗਿਆ, ਭਾਜੀ ਮੇਰਾ ਵੀ ਜੀਅ ਕਰਦਾ ਨਾਟਕ, ਆ ਜਾ, ਇਹ 'ਚ ਕਿਹੜੀ ਗੱਲ ਹੈ, ਇਹ ਐਡਾ ਮੁਸ਼ਕਿਲ ਨਹੀਂ ਹੈ, 2 ਦਿਨ 'ਚ ਉਹਨੂੰ ਤਿਆਰ ਕਰਕੇ ਤੇ ਕਰਾ ਦੇਣਾ। ਜੇ ਡਰਾਈਵਰ ਨੂੰ ਲਾ ਲੈਂਦੇ, ਡਰਾਈਵਰ ਜਾਂਦਾ ਰਿਹਾ 6 ਮਹੀਨੇ, ਡਰਾਈਵਰ ਨੂੰ ਕਿਤੇ ਯਾਰ ਇਹ ਸਟੇਜ 'ਤੇ ਕਲਾਕਾਰ ਕਰਦੇ ਆ ਨਾ, ਬੋਲਦੇ ਆ, ਬਾਅਦ 'ਚ ਇੰਨੇ ਲੋਕ ਜੱਫੀਆਂ ਪਾ ਕੇ ਇਹਨਾਂ ਨੂੰ ਮਿਲਦੇ ਆ, ਭਾਜੀ ਮੇਰਾ ਵੀ ਜੀਅ ਕਰਦਾ, ਚੱਲ ਆਹ ਸਕ੍ਰਿਪਟ ਲੈ, ਆਹ ਡਾਇਲੋਗ ਯਾਦ ਕਰ ਨੂੰ। ਇਹ ਜਿਹੜੀ ਈਜ਼ੀਨੈਸ ਕ੍ਰੀਏਟ ਕੀਤੀ ਕਿ ਹਾਂ
ਹਰ ਇੱਕ ਬੰਦਾ ਥੀਏਟਰ ਕਰ ਸਕਦਾ, ਐਡਾ ਕੋਈ ਹਊਆ ਨਹੀਂ ਹੈ। ਇਹ ਗੁਰਸ਼ਰਨ ਸਿੰਘ ਦਾ ਉਹਦਾ ਰੀਜ਼ਨ ਹੈ ਕਿ ਅੱਜ ਪੰਜਾਬ ਦੇ ਵਿੱਚ ਨਿਖਲ ਜੀ ਪੂਰੇ ਪੰਜਾਬ ਦੇ ਵਿੱਚ 56 ਥੀਏਟਰ ਗਰੁੱਪਸ ਨੇ ਜਿਹੜੇ ਆਪਣੇ ਆਪਣੇ ਜ਼ੋਨ 'ਚ ਥੀਏਟਰ ਕਰਦੇ ਨੇ। ਉਹਨਾਂ ਦਾ ਨਾਟਕ ਮੈਂ ਮੁੰਬਈ ਲੈ ਗਈ, ਮੈਂ ਸਟੱਡੀ ਟੂਰ ਤੇ ਗਈ ਆਪਣੇ ਬੱਚਿਆਂ ਨੂੰ ਲੈ ਕੇ, ਅੱਗ ਉਹਨਾਂ ਦਾ ਨਾਟਕ ਉੱਥੇ ਲੈ ਗਈ ਜਿਹੜਾ ਡਿਪਾਰਟਮੈਂਟ 'ਚ ਕੀਤਾ ਸੀ। ਹਾਂ, ਅਸੀਂ ਉਹਦੇ 'ਚ ਹੀ ਕਹਿੰਦਾ ਭਾਈ ਅਸੀਂ ਲੜੇ ਹੋਏ ਹਾਂ, ਕਹਿੰਦਾ ਅਸੀਂ ਕਦੋਂ ਲੜੇ ਹੋਏ ਹਾਂ, ਕਹਿੰਦਾ ਕਿਉਂ, BBC ਦਾ ਨਿਊਜ਼ ਹੈ ਅਸੀਂ ਲੜੇ ਹੋਏ ਹਾਂ, ਹੈ ਨਾ। ਨਾਟਕ ਹੀ ਉੱਥੇ ਸ਼ੁਰੂ ਹੁੰਦਾ ਐਂਡ ਯੂ ਵੁਡਨਟ ਬਿਲੀਵ ਕਿ ਅੰਦਰ ਪ੍ਰਿਥਵੀ ਥੀਏਟਰ ਦੇ ਅਸੀਂ ਸ਼ਸ਼ੀ ਕਪੂਰ ਤੋਂ ਪਰਮਿਸ਼ਨ ਲੈ ਕੇ ਬਾਹਰ ਕੀਤਾ, ਅੰਦਰੋਂ ਲੋਕ 500 ਦੀ ਟਿਕਟ ਖਰੀਦ ਕੇ ਅੰਦਰੋਂ ਪਲੇ ਦੇਖ ਕੇ ਬਾਹਰ ਆਏ ਨੇ, ਕਹਿੰਦੇ ਜੀ ਅਸਲ ਥੀਏਟਰ ਤਾਂ ਆ ਤੁਸੀਂ ਲਿਆ ਕੇ ਸਾਨੂੰ ਦਿਖਾਇਆ। ਤੇ ਮੈਨੂੰ ਯਾਦ ਹੈ ਇੱਕ ਨਾਟਕ ਹੁੰਦਾ ਸੀ ਬੇਗਮੋਂ ਦੀ ਧੀ, ਉਹਦੇ 'ਚ ਭਾਜੀ ਨਾ ਐਕਟ ਕਰਦੇ ਹੁੰਦੇ ਸੀ, ਉਹ 'ਚ ਨਾ ਇੱਕ ਪੋਇਟੀਕਲ ਵਰਡ ਸੀਗੇ ਭਾਜੀ ਦੇ ਕਿ ਲੋਕੋ ਤੀਆਂ ਨਾ ਲਾਇਓ, ਜੁੰਮਾ ਜ਼ਿੰਮੇਵਾਰ ਨਹੀਂ, ਵੈਲੀਆਂ ਦਾ ਇਤਬਾਰ ਨਹੀਂ। ਉਹ ਭਾਜੀ ਦ ਵੇ ਭਾਜੀ ਉਸ ਡਾਇਲੋਗ ਨੂੰ ਬੋਲਦੇ ਸੀ ਤੇ ਰਾਤ ਦੇ 10-11 ਵਜੇ ਸੁੰਨਸਾਨ ਹੁੰਦੀ ਨਾ ਪਿੰਡਾਂ ਦੇ ਵਿੱਚ, ਤੇ ਭਾਜੀ ਦੀ ਆਵਾਜ਼ ਇੱਦਾਂ ਨਾ ਪੂਰੇ ਪਿੰਡ 'ਚ ਗੂੰਜਦੀ, ਸਾਨੂੰ ਸਟੇਜ 'ਤੇ ਭਾਜੀ ਦੇ ਨਾਲ ਐਕਟ ਕਰਦਿਆਂ ਸੁਣਦੀ ਸੀ। ਐਂਡ ਮਤਲਬ ਮੈਸਮਰਾਈਜ਼ ਹੋਣ ਵਾਲੀ ਗੱਲ, ਐਂਡ ਤੁਹਾਡੇ ਆ ਲੂੰ ਕੰਡੇ ਖੜੇ ਹੋਣ ਵਾਲੀ ਗੱਲ। ਭਾਜੀ ਔਰ ਭਾਈ ਦੇ ਅੱਖਾਂ 'ਚੋਂ ਹੰਝੂ, ਇੱਧਰ ਪਾਣੀ ਵਗ ਰਿਹਾ ਤੇ ਲੋਕੀ ਇੱਦਾਂ ਬੈਠੇ ਇੱਦਾਂ ਸੁਣ ਕੇ ਬੈਠੇ ਭਾਜੀ ਕੀ ਬੋਲ ਰਹੇ, ਔਰ ਬਹੁਤ ਉੱਚੀ ਨਾ ਬੁਲੰਦ ਪੀਕ 'ਤੇ ਲੈ ਜਾਂਦੇ ਸੀ, ਜੁੰਮਾ ਜ਼ਿੰਮੇਵਾਰ ਨਹੀਂ, ਵੈਲੀਆਂ ਦਾ ਇਤਬਾਰ ਨਹੀਂ। ਤੇ ਲੋਕਾਂ ਨੂੰ ਲੱਗਦਾ ਸੀ ਕਿ ਯਾਰ ਇਹ ਬੰਦਾ ਹੈਗਾ ਹੈ ਨਾ ਜਿਹੜਾ ਸਾਡੇ ਇੱਥੇ ਟੱਚ ਕਰਦਾ ਕਿਤੇ, ਇਹ ਹੈ ਸੱਚ ਦਾ ਥੀਏਟਰ, ਇਹ I believe in that is। ਹਾਂ, ਬਟ ਐਟ ਦਾ ਸੇਮ ਬ੍ਰੈਥ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਨਹੀਂ ਹੈ ਕਿ ਸਿਰਫ ਭਾਜੀ ਦਾ ਹੀ ਥੀਏਟਰ ਸੀ। ਜੇ ਕੋਈ ਦੂਜੀ ਤਰ੍ਹਾਂ ਟੈਕਨੀਕਲੀ ਰਿਚ ਥੀਏਟਰ ਕਰਦੇ ਨੇ, ਜੇ ਰਾਣੀ ਬਲਵੀਰ ਕੌਰ ਨੇ ਜਾਂ ਨੀਲਮ ਮਾਨ ਸਿੰਘ ਨੇ ਜਾਂ ਡਾਕਟਰ ਆਤਮਜੀਤ ਨੇ, ਜਿਹੜੇ ਗੁਰਸ਼ਰਨ ਸਿੰਘ ਵਰਗਾ ਥੀਏਟਰ ਨਹੀਂ ਕਰਦੇ, ਉਹਨਾਂ ਦੀ ਆਪਣੀ ਇੰਪੋਰਟੈਂਸ ਹੈ। 100 ਰੰਗ ਖਿੜਨੇ ਚਾਹੀਦੇ ਨੇ। ਸਾਰੇ ਗੁਰਸ਼ਰਨ ਸਿੰਘ ਬਣ ਜਾਣਗੇ ਫਿਰ ਵੀ ਪ੍ਰੋਬਲਮ ਹੋਏਗੀ, ਸਾਰੇ ਹੀ ਬਲਵੰਤ ਗਾਰਗੀ ਬਣ ਜਾਣਗੇ ਫਿਰ ਵੀ ਪ੍ਰੋਬਲਮ ਹੋਏਗੀ। ਸੋ ਥੀਏਟਰ ਦਾ ਨਹੀਂ ਬਗੀਚੀ ਬਹੁਤ ਵੱਡੀ ਹੈ, ਇਹਦੇ ਵਿੱਚ ਸਾਰੀ ਤਰ੍ਹਾਂ ਦੇ ਫੁੱਲ ਖਿੜਦੇ ਰਹਿਣ ਤੇ ਤਾਂ ਹੀ ਬੈਠੇ। ਪਰ ਜਿਵੇਂ ਇਹਨਾਂ ਨੇ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਦੀ ਗੱਲ ਕੀਤੀ, ਅੱਜ ਦੇ ਜੇ ਮੌਜੂਦ ਦੀ ਗੱਲ ਕੀਤੀ ਜਾਏ, ਉੱਥੇ ਵੀ ਸਟ੍ਰਾਈਕਸ ਹੋ ਰਹੀਆਂ ਨੇ, ਉਹ ਮਸਲੇ ਉੱਥੇ ਵੀ ਖੜੇ ਹੋ ਰਹੇ ਨੇ। ਉਹ ਮਸਲੇ ਨਹੀਂ ਖਤਮ ਹੋਏ, ਉਹ ਬਾਰ-ਬਾਰ ਕੀ ਉਹ ਮਸਲੇ ਥੀਏਟਰ ਦਾ ਹਿੱਸਾ ਹੀ ਨੇ। ਮੈਨੂੰ ਲੱਗਦਾ ਕਿ ਥੀਏਟਰ ਦਾ ਨਾ ਮਸਲਿਆਂ ਨਾਲ ਬਹੁਤ ਕਰੀਬੀ ਰਿਸ਼ਤਾ ਹੈ ਹੈਨਾ। ਤੇ ਕਿਸੇ ਨੇ ਕਿਹਾ ਕਹਿੰਦੇ ਵੀ ਯਾਰ ਪੰਜਾਬ 'ਚ ਜੇ ਮਤਲਬ ਮਸਲੇ ਖਤਮ ਹੋ ਗਏ ਤਾਂ ਮੈਂ ਫਿਰ ਤੇ ਮਸਲੇ ਖਤਮ ਹੋ ਗਏ ਥੀਏਟਰ ਕਾਹਦੇ ਲਈ ਕਰਨਾ ਫਿਰ। ਸੋ ਮਸਲੇ ਤਾਂ ਰਹਿਣਗੇ। ਉਹ ਮਸਲੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ, ਉਹ ਰੰਗ ਕਰਮੀਆਂ ਦੇ ਆਪਣੇ ਮਸਲੇ ਹੈ ਨਾ, ਰੰਗ ਕਰਮੀਆਂ ਦੇ ਮਸਲੇ। ਅਹੁਦਿਆਂ 'ਤੇ ਬੈਠੇ ਹੁੰਦੇ ਕਈ ਲੋਕੀ ਉਹ ਤੁਹਾਡੀ ਅਜੀਬ ਜਿਹੀ ਪਹਿਚਾਣ ਕਰਦੇ ਆ। ਜਿਵੇਂ ਮੈਨੂੰ ਯਾਦ ਹੈ ਸੱਭਿਆਚਾਰਕ ਵਿਭਾਗ ਦਾ ਇੱਕ ਡਾਇਰੈਕਟਰ ਬੈਠਾ ਆਪਣੀ ਕੁਰਸੀ 'ਤੇ ਹੈ ਨਾ, ਉਹਦੇ ਕੋਲ ਕੋਈ ਆਫਰ ਲੈ ਕੇ ਗਿਆ ਕਿ ਸਰ ਇਹ ਨਾਟਕ ਮੇਰਾ ਸਪੋਂਸਰ ਕਰ ਦਿਓ। ਅਤੇ ਨਾਟਕ ਕਿਹੜਾ ਸੀਗਾ? ਅਸਗਰ ਵਜਾਹਤ ਦਾ ਲਿਖਿਆ ਹੋਇਆ ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਹੈ ਨਾ। ਅਤੇ ਡਾਇਰੈਕਟਰ ਕੀ ਕਹਿ ਰਿਹਾ, ਇਹ ਨਾਟਕ ਦਾ ਨਾਮ ਪਸੰਦ ਨਹੀਂ ਮੈਨੂੰ। ਇਹ ਕੀ ਹੋਇਆ? ਜਿਸ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ, ਮੈਂ ਲਾਹੌਰ ਨਹੀਂ ਵੇਖਿਆ ਤਾਂ ਮਤਲਬ ਮੈਂ ਜੰਮਿਆ ਨਹੀਂ। ਸੋ ਸੱਭਿਆਚਾਰਕ ਵਿਭਾਗ ਦਾ ਡਾਇਰੈਕਟਰ ਅਗਰ ਇਹੋ ਜਿਹੀ ਗੱਲ ਕਰ ਰਿਹਾ, ਇਹ ਵੀ ਸਾਡੇ ਲਈ ਮਸਲੇ ਨੇ ਕਿ ਸਾਨੂੰ ਉਹਨਾਂ ਬੇਵਕੂਫਾਂ ਨਾਲ ਵੀ ਸੱਜਣਾ ਪੈਂਦਾ ਵੀ ਭਾਈ ਡਾਇਰੈਕਟਰ ਤੁਸੀਂ ਬਣੇ ਹੋਏ ਹੋ ਹੈ ਨਾ, ਉੱਥੇ ਬੈਠੇ। ਜਿਹੜੀ ਡਿਪਾਰਟਮੈਂਟ ਵਾਲਿਆਂ ਦਾ ਮਸਲਾ ਹੈ ਉਹ ਵੀ ਇਹੀ ਮਸਲਾ ਹੈ। ਜਿਹੜਾ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਚੰਡੀਗੜ੍ਹ ਯੂਨੀਵਰਸਿਟੀ ਦਾ ਹੈਗਾ, ਉਹਨੇ ਇੰਨੀ ਅੱਛੀ ਫੈਕਲਟੀ ਦੇਖੀ ਹੋਈ ਹੈ, ਕਮਾਲ। ਮੋਹਨ ਮਹਿਰਿਸ਼ੀ, ਅੰਜਲਾ ਮਹਿਰਿਸ਼ੀ, ਕੁਮਾਰ ਵਰਮਾ, ਰਾਣੀ ਜੀ, ਨੀਲਮ ਜੀ, ਹੈ ਨਾ, ਤੇ ਮਹਿੰਦਰ ਸਰ, ਇੰਨੀ ਅੱਛੀ ਫੈਕਲਟੀ। ਉੱਥੋਂ ਸਟੂਡੈਂਟਸ ਜੋ ਨਿਕਲਦੇ ਸੀ ਤੇ ਪੂਰਾ ਐਨਲਾਈਟਨ ਹੋ ਕੇ ਨਿਕਲਦੇ ਸੀ। ਹੌਲੀ ਹੌਲੀ ਉਹ ਫੈਕਲਟੀ ਬਹੁਤ ਥੱਲੇ ਜਾਂਦੀ ਰਹੀ। ਤੇ ਮੈਂ ਹਾਲੇ ਵੀ ਕਹਿੰਦਾ ਕਿ ਜੋ ਵੀ ਫੈਕਲਟੀ ਹੈਗੀ ਆ ਉਹਨਾਂ ਨੂੰ ਵੱਡੇ ਦਿਲ ਨਾਲ ਸਟੂਡੈਂਟਸ ਨੂੰ ਗਲੇ ਲਾਉਣਾ ਚਾਹੀਦਾ। ਥੀਏਟਰ ਜਿਹੜਾ ਹੈ ਉਹ ਇੱਕ ਜ਼ਰੀਆ ਤੇ ਜ਼ਰੂਰ ਰਿਹਾ, ਉਹ ਮੰਜ਼ਿਲ ਵੀ ਕਦੇ ਬਣੇਗੀ। ਦੇਖੋ ਰੰਗਮੰਚ ਦੇ ਜ਼ਰੀਏ ਅਸੀਂ ਜੀ ਰਹੇ ਹਾਂ ਤੇ ਰੰਗਮੰਚ ਦੇ ਜ਼ਰੀਏ ਅਸੀਂ ਰੋਟੀ ਵੀ ਖਾ ਰਹੇ ਹਾਂ। ਮੁਸ਼ਕਲਾਂ ਆਉਂਦੀਆਂ ਨੇ, ਐਸੀ ਗੱਲ ਨਹੀਂ ਹੈ ਕਿ ਮੁਸ਼ਕਲਾਂ ਨਹੀਂ ਆਉਂਦੀਆਂ, ਪਰ ਇਹ ਕਿ ਸਾਨੂੰ ਕਿਸੇ ਨੇ ਕੋਈ ਡੰਡਾ ਲੈ ਕੇ ਤਾਂ ਖੜਾ ਨਹੀਂ ਸੀ ਸਾਡੇ ਸਿਰ ਦੇ ਉੱਤੇ ਕਿ ਤੁਸੀਂ ਥੀਏਟਰ ਕਰਨਾ, ਹੋਰ ਕੁਝ ਨਹੀਂ ਕਰਨਾ। ਸਾਡੇ ਆਪਣੇ ਡਿਸੀਜਨ ਹੈ। ਮੇਰੇ ਖਿਆਲ ਅਸੀਂ ਯਾਰ ਜਿਹੜੇ ਦੋ ਜਣੇ ਬੈਠੇ ਨਾ, ਅਸੀਂ ਤਾਂ ਮੰਜ਼ਿਲ ਵਾਲੇ ਬੈਠੇ ਆ। ਅਸੀਂ ਦੋਨੇ ਜਣੇ ਕੋਈ ਜੌਬ ਨਹੀਂ ਕਰਦੇ, ਯੈਸ ਥੀਏਟਰ ਹੀ ਕਰਦੇ। ਕੋਈ ਜੌਬ ਨਾ ਜ਼ਿੰਦਗੀ 'ਚ ਕੀਤੀ, ਨਾ ਕਦੇ ਮਿਲੀ, ਨਾ ਮਿਲਣੀ ਸੀ, ਨਾ ਅਸੀਂ ਉਮੀਦ ਰੱਖੀ, ਨਾ ਅਸੀਂ ਕਰਨੀ ਹੈ। ਹੁਣ ਜੇ ਕੋਈ ਮੈਨੂੰ ਆਫਰ ਵੀ ਕਰ ਦੇਵੇ ਨਾ 2-2.5 ਲੱਖ ਦੀ, ਮੈਂ ਨਹੀਂ ਕਰੂੰਗਾ। ਮੈਂ ਵੀ ਨਹੀਂ ਕਰਾਂਗਾ। ਮੰਨ ਲਾਂਗੇ 2.5 ਲੱਖ ਦੀ ਜੇ ਕੀਤੀ, ਨਹੀਂ ਛੱਡੋ ਪਰੇ, ਛੱਡੋ ਪਰੇ। ਜਿੱਥੇ ਇੰਨੀ ਦੇਰ ਰੰਗਮੰਚ ਦੇ ਵਿੱਚ ਕੱਢ ਦਿੱਤਾ ਨਾ, ਉੱਥੇ ਜਿਹੜੀ ਰਹਿੰਦੀ ਹੁੰਦੀ ਉਹ ਵੀ ਨਾਲੇ 50 ਸਾਲ ਦੀ ਜ਼ਿੰਦਗੀ ਹੋ ਗਈ ਹੈ, 70-80 ਸਾਲ ਹੋਰ ਜੀਣਾ, ਉਹ ਵੀ ਇੱਦਾਂ ਜੀਣਾ। ਨਾਲੇ ਜੇ ਬੰਦਾ ਮਿੱਥਲ ਹੈ ਨਾ ਕਿ ਮੈਂ ਥੀਏਟਰ ਕਰਨਾ ਹੀ ਕਰਨਾ ਨਾ, ਤਾਂ ਮੈਨੂੰ ਲੱਗਦਾ ਰੱਬ ਵੀ ਮਦਦ ਕਰਦਾ ਹੋ ਜਾਂਦਾ ਹੈ ਨਾ। ਜੇ ਤੁਹਾਡਾ ਸਟਰੋਂਗ ਵਿਲ ਪਾਵਰ ਹੈ। I had no intention in life. I got married even after that. ਮੇਰੀ ਕੋਈ ਇੰਟੈਂਸ਼ਨ ਨਹੀਂ ਸੀ ਕਿ ਮੈਂ ਥੀਏਟਰ ਵਿੱਚ ਆਵਾਂ ਜਾਂ ਕੋਈ ਪ੍ਰੋਫੈਸ਼ਨਲ
बना क्या ये मेरी मंजिल बन सकती है। लेकिन when I stepped into the Department of Indian Theatre in 1972 ਮੈਨੂੰ ਲੱਗਿਆ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਹੈ। ਤੇ ਇੱਥੇ ਬਹੁਤ ਸਾਰੇ ਦਿਗਗਜਾਂ ਦਾ ਜ਼ਿਕਰ ਵੀ ਅੱਜ ਅਸੀਂ ਕਰ ਰਹੇ, ਲੈਜੈਂਡਸ ਨੂੰ ਯਾਦ ਵੀ ਵਰਲਡ ਥੀਏਟਰ ਡੇ ਦੇ ਮੌਕੇ ਤੇ ਕਰ ਰਹੇ ਹਾਂ। ਚਰਨਦਾਸ ਸਿੱਧੂ ਸਾਹਿਬ, ਉਹਨਾਂ ਦਾ ਵੀ ਬਹੁਤ ਯੋਗਦਾਨ ਥੀਏਟਰ ਦੇ ਵਿੱਚ ਰਿਹਾ। ਦੇਖੋ ਜੀ, ਡਾਕਟਰ ਚਰਨਦਾਸ ਸਿੱਧੂ ਨੇ ਦਿੱਲੀ ਦੇ ਪੰਜਾਬੀ ਰੰਗਮੰਚ ਵਿੱਚ ਉਸ ਵੇਲੇ ਪੈਰ ਪਾਇਆ ਸੀ ਜਦ ਇਹ ਬਿਲਕੁਲ ਸੁੰਨਾ ਜਿਹਾ ਪਿਆ ਸੀਗਾ। ਉਸ ਤੋਂ 2 ਕੁ ਸਾਲ ਪਹਿਲਾਂ ਤੱਕ ਸਪਰੂ ਹਾਊਸ ਦਿੱਲੀ ਵਿੱਚ ਬਹੁਤ ਮਸ਼ਹੂਰ ਸੀ। ਵਲਗਰ ਡਰਾਮੇ ਸੀਗੇ, ਦੁਅਰਥੀ ਡਰਾਮੇ ਸੀਗੇ, ਲੋਕਾਂ ਨੇ ਉਸ ਨੂੰ ਬਹੁਤ ਭੰਡਿਆ ਸੀਗਾ। ਪੰਜਾਬੀ ਭਾਸ਼ਾ ਨੂੰ ਉਸ ਡਰਾਮਿਆਂ ਨੇ ਬਦਨਾਮ ਕਰ ਰੱਖਿਆ ਸੀਗਾ, ਪੰਜਾਬੀ ਕਲਚਰ ਨੂੰ ਬਦਨਾਮ ਕਰ ਰੱਖਿਆ ਸੀਗਾ। ਤੇ ਲੋਕੀ ਚੀਕ ਕੇ ਕਹਿੰਦੇ ਸੀਗੇ ਵੀ ਕੋਈ ਚੰਗੀ ਕਦਰਾਂ ਵਾਲਾ ਨਾਟਕ ਸਾਨੂੰ ਹੁਣ ਦਿਖਾਓ। ਤੇ ਡਾਕਟਰ ਸਿੱਧੂ ਨੇ ਉਸ ਵੇਲੇ ਦਿੱਲੀ ਦੇ ਪੰਜਾਬੀ ਰੰਗਮੰਚ ਵਿੱਚ ਪੈਰ ਧਰਿਆ ਤੇ ਆਪਣਾ ਪਹਿਲਾ ਨਾਟਕ ਭਜਨੋਂ ਲੈ ਕੇ ਆਏ ਸੀਗੇ। ਹਾਲਾਂਕਿ ਕੋਈ ਜਾਣਾ ਪਛਾਣਿਆ ਨਾਂ ਨਹੀਂ ਸੀਗਾ ਉਹ, ਲੇਕਿਨ ਉਹਦੇ ਪਹਿਲੇ ਨਾਟਕ ਨੇ ਹੀ ਦਿੱਲੀ ਨੂੰ ਕਿਲ ਕੇ ਮਕਤਾ ਸੀਗਾ। ਸਜਰੀ ਬੋਲੀ, ਮੁਹਾਵਰੇ ਵਾਲੀ ਭਾਸ਼ਾ, ਦੁਆਬੀ ਭਾਸ਼ਾ ਔਰ ਇੰਨੀ ਵਧੀਆ ਲੈਂਗੁਏਜ ਸੀਗੀ ਕਿ ਲੋਕੀ ਕਿਲ ਕੇ ਬਹਿ ਗਏ ਸੀਗੇ ਔਰ ਲੋਕਾਂ ਨੇ ਅਸ਼ ਕੇ ਕਿਹਾ ਸੀਗਾ ਇਹ ਨਾਟਕ ਹੈ ਜਿਹੜਾ ਅਸੀਂ ਵੇਖਣਾ ਚਾਹੁੰਦੇ ਹਾਂ। ਡਾਕਟਰ ਚਰਨਦਾਸ ਸਿੱਧੂ ਨੂੰ ਮੈਂ ਇਸ ਤਰ੍ਹਾਂ ਦਾ ਨਾਟਕਕਾਰ ਗਿਣਦਾ ਜਿਹੜਾ ਪੂਰੇ ਨਾਟਕ ਦਾ ਹਾਮੀ ਸੀ। ਉਹ ਆਪਣੇ ਸਮਕਾਲੀਆਂ ਨੂੰ ਟੀਚਰਾਂ ਕਰਦਾ ਸੀ ਕਿ ਤੁਸੀਂ 1 ਘੰਟੇ ਦਾ ਨਾਟਕ ਲਿਖ ਲੈਂਦੇ ਹੋ, 45 ਮਿੰਟ ਦਾ ਨਾਟਕ ਲਿਖ ਲੈਂਦੇ ਹੋ। ਅਸੀਂ ਉਹਦੇ ਸਮਕਾਲੀ ਜਿਹੜੇ ਵੱਡੇ ਨਾਟਕਕਾਰ ਹੈ ਉਹ ਸਾਰੇ ਦੇ ਸਾਰੇ ਨਾਟਕਕਾਰ ਹੀ ਕਾਲਜਾਂ ਦੀਆਂ, ਯੂਨੀਵਰਸਿਟੀਆਂ ਦੀਆਂ ਸਟੇਜਾਂ ਤੋਂ ਨਾਟਕਕਾਰ ਬਣੇ ਆ। ਪਰ ਚਰਨਦਾਸ ਸਿੱਧੂ ਜਿਹੜਾ ਉਸ ਯੂਨੀਵਰਸਿਟੀਆਂ ਤੋਂ ਨਹੀਂ ਆਇਆ। ਚਰਨਦਾਸ ਸਿੱਧੂ ਜਿਹੜਾ ਉਹ ਆ ਰਿਹਾ ਸਾਡੀ ਬਰਨਰਡ ਸ਼ਾਹ ਦੀ ਪਰੰਪਰਾ ਤੋਂ ਆ ਰਿਹਾ। ਔਰ ਬਰਨਰਡ ਸ਼ਾਹ ਦੀ ਪਰੰਪਰਾ ਦੇ ਵਿੱਚੋਂ ਨਾਟਕ ਸਿੱਖ ਕੇ ਔਰ ਦੁਆਬੇ ਦੀ ਇੱਕ ਧਰਤੀ ਦੇ ਵਿੱਚੋਂ ਇੱਕ ਖਾਸ ਕਿਸਮ ਦੇ ਲੋਕਾਂ ਦੇ ਨਾਟਕ ਲਿਖਣੇ, ਉਹਨੂੰ ਲੋਕ ਨਾਟਕ ਪਰੰਪਰਾ ਦੀ ਪੁੱਠ ਜਦ ਤੱਕ ਨਹੀਂ ਦਿੰਦਾ ਚਰਨਦਾਸ ਸਿੱਧੂ, ਉਹ ਵੀ ਮਕਬੂਲ ਨਹੀਂ ਹੁੰਦਾ। ਅੰਬੀਆਂ ਨੂੰ ਤਰਸੇਂਗੀ, ਭਜਨੋਂ, ਬਾਬਾ ਬੰਤੂ, ਜਿਹੜਾ ਫਿਰ ਹੈਗੇ ਆ ਮੰਗੂ ਤੇ ਬਿੱਕਰ, ਇਹ ਸਾਰੇ ਨਾਟਕ ਜਿਹੜੇ ਉਹਦੇ ਹੈਗੇ ਆ ਸਾਰੇ ਲੋਕ ਨਾਟਕੀ ਪੁੱਠ ਵਾਲੇ ਨਾਟਕ ਹੈ। ਰੰਗਪੂਰਾ ਜਿਹੜਾ ਹੈ ਉਹ ਰੰਗਮੰਚ ਦੇ ਜਿਹੜੇ ਰੰਗਕਰਮੀ ਨੇ ਉਹ ਸਾਡੇ ਇੱਥੇ ਬਣ ਰਹੇ ਨੇ। ਮੈਂ ਤਾਂ ਸਵਾਲ ਪੁੱਛ ਹੀ ਰਿਹਾ, ਪਰ ਇੱਕ ਸਵਾਲ ਜਿਹੜਾ ਰੰਗਕਰਮੀ ਆਪਣੇ ਆਪ ਤੋਂ ਰੋਜ਼ ਪੁੱਛਦਾ ਉਹ ਸਵਾਲ ਕੀ ਹੈ? ਉਹ ਰੰਗਕਰਮੀ ਤਾਂ ਹੀ ਰਹਿ ਸਕਦਾ ਜੋ ਹਰ ਰੋਜ਼ ਆਪਣੇ ਆਪ ਨੂੰ ਕੁਐਸਚਨ ਕਰਦਾ ਰਹੇ ਕਿ ਤੂੰ ਅਪਡੇਟ ਹੈ ਜਾਂ ਨਹੀਂ ਹੈ, ਹੈ ਨਾ। ਕਈ ਵਾਰੀ ਜਿਹੜਾ ਰੰਗਕਰਮੀ ਸਿਰਫ ਐਕਟਰ ਨੂੰ ਸਮਝ ਲਿਆ ਜਾਂਦਾ ਹੈ ਨਾ, ਇਕੱਲਾ ਐਕਟਰ ਹੀ ਰੰਗਕਰਮੀ ਨਹੀਂ ਹੈ। ਉਹ ਪੜ੍ਹ ਰਿਹਾ, ਸੋਸਾਇਟੀ 'ਚ ਕੀ ਵਿਚਰ ਰਿਹਾ ਉਹਨੂੰ ਜਾਣ ਰਿਹਾ, ਜਿਹੜੀਆਂ ਨਵੀਆਂ ਲੇਅਰਸ ਆ ਰਹੀਆਂ ਵਰਲਡ ਲੈਵਲ ਦੇ ਉੱਤੇ ਕੀ ਚੇਂਜਸ ਆ ਰਹੇ ਹੈ, ਕਲਚਰ ਦੇ ਵਿੱਚ ਕੀ ਚੇਂਜ ਆ ਰਹੇ, ਟੈਕਨੋਲੋਜੀ ਵਿੱਚ ਕੀ ਚੇਂਜ ਆ ਰਹੇ ਨੇ, ਲੋਕਾਂ ਦੇ ਜੀਨ ਸਟਾਈਲ 'ਚ ਕੀ ਚੇਂਜ ਆ ਰਹੇ ਨੇ, ਪੋਲੀਟੀਕਲੀ ਕੀ ਚੇਂਜ ਆ ਰਹੇ ਨੇ, ਇਹਨਾਂ ਸਭ ਕੁਛ ਨੂੰ ਉਹ ਅਪਡੇਟ ਕਰ ਰਿਹਾ। ਇਹ ਸਵਾਲ ਪੁੱਛ ਰਿਹਾ ਕਿ ਮੈਂ ਅਪਡੇਟ ਹੈਗਾ ਜਾਂ ਨਹੀਂ ਹੈਗਾ। ਫਿਰ ਥੀਏਟਰ ਜਦੋਂ ਅਸੀਂ ਸਟਾਰਟ ਕੀਤਾ ਸੀ 30 ਸਾਲ ਪਹਿਲਾਂ, ਥੀਏਟਰ ਦੀਆਂ ਟੈਕਨੀਕਸ ਬਹੁਤ ਇਵੋਲਵ ਹੋਈਆਂ, ਸਬਜੈਕਟਸ ਬਹੁਤ ਇਵੋਲਵ ਹੋਏ। ਅੱਜ ਤੋਂ 15 ਸਾਲ ਪਹਿਲਾਂ ਜਿਹੜਾ ਸਬਜੈਕਟ ਮਾਰਜਨਲਾਈਜ਼ ਸਬਜੈਕਟ ਸੀ, ਜਿਹੜਾ ਸੀ ਵੀ ਯਾਰ ਆਹ ਸਬਜੈਕਟ ਜੇ ਸਟੇਜ 'ਤੇ ਲੈ ਕੇ ਜਾਵਾਂਗੇ ਪਤਾ ਨਹੀਂ ਲੋਕੀ ਐਕਸੈਪਟ ਕਰਨਗੇ ਕਿ ਨਹੀਂ, ਅੱਜ ਉਹ ਸਬਜੈਕਟਸ ਵੀ ਆ ਰਹੇ। ਫਿਰ ਜਿਹੜਾ ਸਭ ਤੋਂ ਵੱਡਾ ਕੁਐਸਚਨ ਹੈ ਇੱਕ ਰੰਗਕਰਮੀ ਨੂੰ ਪੁੱਛਣਾ ਚਾਹੀਦਾ ਕਿ ਤੂੰ ਰੰਗਮੰਚ ਕਿਉਂ ਕਰ ਰਿਹਾ। ਇਹ ਸਵਾਲ ਤਾਂ ਹਰ ਰੋਜ਼ ਹੀ ਪੁੱਛਣਾ ਚਾਹੀਦਾ ਕਿ ਰੰਗਮੰਚ ਸਿਰਫ ਤੂੰ ਸ਼ੌਂਕ ਲਈ, ਤਾੜੀਆਂ ਲਈ ਕਰ ਰਿਹਾ ਜਾਂ ਕੋਈ ਤੇਰਾ ਸੋਸਾਇਟੀ ਲਈ ਕਮਿਟਮੈਂਟ ਹੈ। ਦੈਟਸ ਵਾਈ ਵੀ ਸੇ ਇੱਕ ਹੈਗਾ ਆਰਟ ਫॉर ਆਰਟ, ਇੱਕ ਹੈਗਾ ਆਰਟ ਫॉर द ਪੀਪਲ। ਜਿਵੇਂ ਸਪਾਂਸਰਸ ਹੁੰਦੇ ਨੇ, ਸਪਾਂਸਰਸ ਜਦੋਂ ਕਿਸੇ ਨਾਟਕ ਨਾਲ ਜੁੜਦੇ ਨੇ ਉਹ ਕੀ ਉਸ ਨੂੰ ਪ੍ਰਫੁੱਲਤ ਕਰ ਰਹੇ ਨੇ ਵਾਕਈ, ਜਾਂ ਉਹਦਾ ਵੀ ਬਾਜ਼ਾਰੀਕਰਨ ਹੁਣ ਇੱਕ ਤਰ੍ਹਾਂ ਨਾਲ ਹੋ ਗਿਆ? ਮੇਰੀ ਇਹ ਫੀਲਿੰਗ ਹੈ ਕਿ ਬਾਜ਼ਾਰੀਕਰਨ ਜ਼ਿਆਦਾ ਹੁੰਦਾ ਹੈ। ਉਹਦੀ ਬਜਾਏ ਜੇ ਲੋਕਾਂ ਨੂੰ ਟਿਕਟਾਂ 'ਤੇ ਥੀਏਟਰ ਦੇਖਣ ਦੀ ਆਦਤ ਪਵੇ, ਜਿਹੜੀ ਕਿ ਹੁਣ ਹੌਲੀ ਹੌਲੀ ਪੈ ਰਹੀ ਹੈ, ਜਦ ਕਿ ਹੁਣ ਬੰਬੇ 'ਚ ਦੇਖੋ ਜਾਂ ਕੈਲਕਟਾ 'ਚ ਦੇਖੋ, ਦੂਜੀ ਜਗ੍ਹਾ ਦੇਖੋ, ਲੋਕੀ ਟਿਕਟਾਂ 'ਤੇ ਲੈ ਕੇ ਥੀਏਟਰ ਆਉਂਦੇ ਹੈ ਨਾ, ਦੇਖਦੇ ਹੈ ਨਾ। ਜੇ ਉਹ ਹੋਵੇ, ਉਹ ਮੇਰਾ ਖਿਆਲ ਜ਼ਿਆਦਾ ਇੱਜ਼ਤ ਵਾਲੀ ਗੱਲ ਹੈ ਰੰਗਕਰਮੀਆਂ ਲਈ ਨਿਸਬਤ ਕੇ ਸਪਾਂਸਰਸ਼ਿਪ ਦਾ ਲੈ ਕੇ ਨਾ। ਸਪਾਂਸਰਸ਼ਿਪ ਦਾ ਕਮਰਸ਼ਲਾਈਜੇਸ਼ਨ ਹੀ ਹੈ। ਉਹਦੇ ਬਜਾਏ ਜੇ ਥੀਏਟਰ ਗਰੁੱਪਸ ਆਪਣੇ ਨਾਟਕ ਬਣਾਉਣ, ਇੱਕ ਮਿਆਰ ਆਪਣੇ ਥੀਏਟਰ ਗਰੁੱਪ ਦਾ ਪਛਾਣ, ਉਸ ਤੋਂ ਬਾਅਦ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੈ ਕਿ ਟੈਗੋਰ ਥੀਏਟਰ ਜਿਹੜਾ ਵੀ ਕੋਈ ਪਲੇ ਕਰਦਾ 100-200 ਰੁਪਏ ਤੱਕ ਟਿਕਟ ਦੇ ਉੱਪਰ ਕੋਈ ਐਂਟਰਟੇਨਮੈਂਟ ਟੈਕਸ ਨਹੀਂ ਹੈ। ਹੁਣ ਕਾਫੀ ਗਰੁੱਪਾਂ ਨੇ ਜਿਹੜਾ ਟਿਕਟ ਦੇ ਉੱਪਰ ਥੀਏਟਰ ਕਰਨਾ ਸ਼ੁਰੂ ਕੀਤਾ ਔਰ ਮੈਨੂੰ ਲੱਗਦਾ ਇੰਨੀ ਉਹਨਾਂ ਨੂੰ ਖੁਸ਼ੀ ਨਹੀਂ ਹੋ ਰਹੀ ਹੋਗੀ ਜਿੰਨੀ ਕਿ ਮੈਨੂੰ ਪਰਸਨਲੀ ਖੁਸ਼ੀ ਹੋ ਰਹੀ ਹੋਗੀ ਕਿ ਤਾਂ ਕਿ ਥੀਏਟਰ ਸਰਵਾਈਵ ਕਰ ਸਕੇ। ਤੁਸੀਂ ਅੱਛੇ ਨਾਟਕ ਕਰੋ ਬਟ ਡੂ ਇਟ ਔਨ ਟਿਕਟਸ। ਉਹ ਸਪਾਂਸਰਸ਼ਿਪ ਲਈ ਦਰ ਭਟਕਦੇ ਰਹੋ, ਹੱਥ ਪੈਰ ਜੋੜਦੇ ਰਹੋ, ਉਹਦੇ ਨਾਲੋਂ
ਟਿਕਟਾਂ ਤੇ ਵੇਚੋ, ਦੈਟ ਇਜ਼ ਦ ਫਾਈਨ ਥਿੰਗ। ਮੈਂ ਇਹਦੇ 'ਚ ਇੱਕ ਚੀਜ਼ ਐਡ ਵੀ ਕਰਨਾ ਚਾਹੁੰਦਾ, ਜਿਹੜੀ ਸ਼ਰਮਾ ਜੀ ਕਰ ਰਹੇ, ਬੜੀ ਖੂਬਸੂਰਤ ਗੱਲ ਹੈ ਕਿ ਜਿਹੜਾ ਤੁਹਾਡਾ ਸਪਾਂਸਰ ਹੈ ਉਹ ਤੁਹਾਡਾ ਨਾਟਕ ਸਪਾਂਸਰ ਕਰਦਾ, ਦੇਖਣ ਨਹੀਂ ਆਉਂਦਾ ਤੁਸੀਂ ਕਰ ਕੀ ਰਹੇ ਹੋ। ਜਿਹੜਾ ਤੁਹਾਡਾ ਦਰਸ਼ਕ ਹੈ ਉਹ ਜੇ ਉਹ 100 ਰੁਪਏ ਦੀ ਵੀ ਟਿਕਟ ਲੈ ਕੇ ਆ ਰਿਹਾ, ਉਹ ਫਿਰ ਦੇਖਦਾ ਵੀ ਹੈ, ਸੋ ਤੁਹਾਡੀ ਕ੍ਰੈਡੀਬਿਲਿਟੀ ਵੱਧਦੀ ਹੈ ਕਿਤੇ। ਇਹ ਇਸ ਚੀਜ਼ ਕੋਈ ਪਰਸਨਲ ਐਕਸਪੀਰੀਅੰਸ ਅਨੀਤਾ ਜੀ ਹੋਇਆ ਇਹਦਾ? ਸਪਾਂਸਰ ਨੂੰ ਕਰਾ ਤੇ ਲਿਆ ਸਪਾਂਸਰ ਧੱਕੇ ਨਾਲ ਜਾਂ ਕਹਿ ਕੇ ਰਿਕੁਐਸਟ ਕਰਕੇ, ਪਰ ਉਹ ਬਿਲਕੁਲ ਜੀ ਸਪਾਂਸਰ ਨਹੀਂ, ਕੈਂਸਲ ਤਾਂ ਬਹੁਤ ਵਾਰੀ ਹੁੰਦਾ ਜੀ। ਸਪਾਂਸਰ ਵੀ ਬਹੁਤ ਔਖੇ ਲੱਭਣੇ ਹੁੰਦੇ ਆ। ਇਹ ਵੀ ਇੱਕ ਮੁਹਿੰਮ ਹੈ, ਕਿਉਂਕਿ ਸਪਾਂਸਰ ਥੀਏਟਰ ਲਈ, ਜੇ ਅਸੀਂ ਕਹੀਏ ਅਸੀਂ ਕਲਚਰ ਪ੍ਰੋਗਰਾਮ ਕਰਵਾ ਰਹੇ ਹਾਂ ਜਾਂ ਕੋਈ ਫੈਸ਼ਨ ਸ਼ੋਅ ਕਰਵਾ ਰਹੇ ਹਾਂ, ਤਾਂ ਉਹਨਾਂ ਲਈ ਤਾਂ ਬਹੁਤ ਮਿਲ ਜਾਂਦੇ ਨੇ, ਲੇਕਿਨ ਥੀਏਟਰ ਲਈ ਸਪਾਂਸਰ ਬਹੁਤ ਘੱਟ ਨੇ। ਮੈਂ ਫਰੈਂਕਲੀ ਇਹ ਗੱਲ ਕਹਿੰਦੀ ਹਾਂ, ਕਿਉਂਕਿ ਰੰਗਮੰਚ ਨੂੰ ਸਮਝਣ ਵਾਲੇ ਜਾਂ ਰੰਗਮੰਚ ਨੂੰ ਪਿਆਰ ਕਰਨ ਵਾਲੇ ਜਾਂ ਰੰਗਮੰਚ ਨੂੰ ਸਪਾਂਸਰ ਕਰਨ ਵਾਲੇ ਬਹੁਤ ਘੱਟ ਨੇ। ਬਾਕੀ ਸ਼ਹਿਰਾਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ, ਉਸ ਹਿਸਾਬ ਨਾਲ ਥੀਏਟਰ ਨਹੀਂ ਡਿਵੈਲਪ ਹੋ ਪਾਇਆ ਜਾਂ ਉਹ ਮੰਚ ਨਹੀਂ ਲੋਕਾਂ ਨੂੰ ਮਿਲ ਪਾ ਰਿਹਾ। ਇਸ ਤਰ੍ਹਾਂ ਕਿ ਵਰਲਡ ਓਵਰ ਇਹ ਸਮੱਸਿਆ ਸਿਰਫ ਸਾਡੀ ਨਹੀਂ ਹੈ, ਸਭ ਜਗ੍ਹਾ ਹੈ। ਲੇਕਿਨ ਹੁਣ ਅੱਜ ਕਲਾਕਾਰ ਸਿੱਖ ਰਿਹਾ ਕਿ ਕਿਵੇਂ ਆਪਣੇ ਆਪ ਨੂੰ ਸੇਲੇਬਲ ਬਣਾਏ। ਕਮਰਸ਼ੀਅਲ ਐਸਪੈਕਟ ਆਫ ਦ ਹੋਲ ਗੇਮ ਇਜ਼ ਆਲਸੋ ਵੈਰੀ ਇੰਪੋਰਟੈਂਟ। ਹੁਣ ਅੱਜ ਹੋ ਗਿਆ, ਰਵੀ ਸ਼ੰਕਰ ਜੀ ਜਦੋਂ ਤੱਕ ਕੋਈ ਗੱਲ ਨਾ ਸਮਝੇ ਕਿ ਆਈ ਹੈਵ ਟੂ ਸੈਲ ਮਾਈ ਆਰਟ, ਉਦੋਂ ਤੱਕ ਉਹ ਵਰਲਡ ਰਿਨਾਊਂਡ ਆਰਟਿਸਟ ਨਹੀਂ ਸਨ ਬਣੇ। ਸੋ ਜਿੰਨੇ ਵੱਡੇ ਵੱਡੇ ਕਲਾਕਾਰ ਨੇ, ਤੁਸੀਂ ਦੇਖੋ ਵੱਡੇ ਵੱਡੇ ਥੀਏਟਰ ਦੇ ਗਰੁੱਪਸ ਨੇ, ਬੰਬੇ ਦੇ ਵਿੱਚ ਕਈ ਗਰੁੱਪਸ ਨੇ, ਜਿਵੇਂ ਕਿ ਐਲਕ ਪਦਮਸੀ ਦਾ ਹੈਗਾ, ਪਰਲ ਪਦਮਸੀ ਉਹਨਾਂ ਦੀ ਵਾਈਫ ਸੀ, ਤੇ ਹੁਣ ਹੈਗੀ ਰਾਇਲ ਪਦਮਸੀ ਉਹਨਾਂ ਦੀ ਬੇਟੀ ਹੈ, ਲਿਲਟ ਦੂਬੇ ਦਾ। ਹਾਂ, ਲਿਲਟ ਦੂਬੇ, ਤੁਸੀਂ ਦੇਖੋ ਆਪਣਾ ਸੈਲ ਕਰਦੇ ਨੇ। ਪਰ ਉੱਥੇ ਇਹ ਵੀ ਚੀਜ਼ ਹੈ ਕਿ ਜੇ ਕੋਈ ਫਿਲਮੀ ਕਲਾਕਾਰ ਜਦ ਕੋਈ ਅਸੀਂ ਵੇਖਿਆ ਥੀਏਟਰ ਕਰਦਾ, ਲੋਕ ਭੱਜੇ ਹੁੰਦੇ ਨੇ, ਖਰਾਬ ਥੀਏਟਰ ਹੁੰਦਾ ਜਿਹੋ ਜਿਹਾ ਵੀ ਥੀਏਟਰ ਹੋਏ, ਪਰ ਲੋਕ ਚਲੇ ਜਾਂਦੇ ਨੇ ਥੀਏਟਰ ਤੱਕ। ਤੁਹਾਨੂੰ ਲੱਗਦਾ ਕਿ ਇੱਕ ਚੰਗਾ ਨਾਟਕ ਵੀ ਨਾਮ ਦਾ ਮੁਹਤਾਜ ਹੈ? ਦੇਖੋ ਇਹ ਤਾਂ ਹੈ ਹੀ ਹੈ ਨਾ ਕਿ ਜਿੱਥੇ ਵੀ ਕੋਈ ਸੈਲੀਬ੍ਰਿਟੀ ਆ ਜਾਏਗਾ ਤਾਂ ਲੋਕਾਂ ਨੂੰ ਹੁੰਦਾ, ਉਹ ਵੀ ਇਹ ਨਾ ਕਿ ਕਥਾਰਸਿਸ ਲਈ ਜਾਂਦੇ ਨੇ ਲੋਕੀ। ਜਦੋਂ ਕੋਈ ਦੇਖਣ ਜਾਂਦਾ ਨਾ ਉਸ ਤਰ੍ਹਾਂ ਦਾ, ਕੋਈ ਸੱਚੀ ਮੁੱਚੀ ਥੀਏਟਰ ਦੇਖਣ ਨਹੀਂ ਗਏ ਹੁੰਦੇ। ਉਹ ਹੁੰਦਾ ਜਦੋਂ ਖਤਮ ਹੋਏਗਾ ਇੱਕ ਆਟੋਗ੍ਰਾਫ ਲੈਣਾ ਜਾਂ ਇੱਕ ਫੋਟੋ ਖਿਚਵਾ ਲੈਣੀ, ਜਾਂ ਆਪਣੀ फ्रेंड ਨੂੰ देखो आज मैं गई थी वहाँ रोहिणी तंगड़ी थिएटर करने आई थी, वहाँ अनुपम खेर आए हुए थे, एंड दे टेक इट ग्रांटेड कि ਅਸੀਂ ਤਾਂ ਸਟਾਰ ਹਾਂ, ਅਸੀਂ ਜਾ ਕੇ ਭਾਵੇਂ ਕੁਰਸੀ 'ਤੇ ਬੈਠ ਕੇ ਨਾਟਕ ਪੜ੍ਹ ਦਈਏ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ, ਹੈ ਨਾ। ਇਹ ਚੀਜ਼ਾਂ ਆ ਗਈਆਂ। ਬਟ ਇਹ ਜੇ ਅੱਛਾ ਥੀਏਟਰ ਹੈ ਨਾ ਔਰ ਲੋਕਾਂ ਨੂੰ ਨਾਲ ਰਿਲੇਟ ਹੋ ਰਿਹਾ, ਤਾਂ ਉਹਦੇ 'ਚ ਸਟਾਰ ਹੈ ਜਾਂ ਨਹੀਂ ਹੈ, ਇਹ ਮੈਟਰ ਨਹੀਂ ਕਰਦਾ। ਅਸੀਂ ਜਿੱਦਾਂ ਟੈਗੋਰ ਥੀਏਟਰ 'ਚ ਦੇਖੋ ਟਿਕਟਡ ਸ਼ੋਅਸ ਕਰਦੇ ਆ ਨਾ, ਅਸੀਂ ਐਕਟਰਸ ਵੀ ਬੁਲਾਉਂਦੇ ਆ, ਹੈ ਨਾ। ਜਿੱਦਾਂ ਅਸੀਂ ਚਾਣਕਿਆ ਪਲੇ ਕਰਾਇਆ, ਉਹਦਾ ਬਿਊਟੀਫੁਲ ਥੀਏਟਰ ਪੀਸ ਸੀਗਾ ਮਨੋਜ ਜੋਸ਼ੀ ਦਾ। ਉਹਦੇ ਨਾਲ ਅਸੀਂ ਅਨੁਪਮ ਖੇਰ ਦਾ ਵੀ ਪਲੇ ਮੰਗਾਇਆ, ਦੂਜਿਆਂ ਦੇ ਵੀ ਮੰਗਾਉਂਦੇ ਆ। ਬਟ ਇਟ ਡਿਪੈਂਡਸ ਪਲੇ ਟੂ ਪਲੇ, ਹੈ ਨਾ, ਕਿ ਉਹਦੀ ਸਕ੍ਰਿਪਟ ਕੀ ਹੈ, ਸਬਜੈਕਟ ਕੀ ਹੈ, ਔਰ ਉਹ ਪਸੰਦ ਲੋਕਾਂ ਦੀ ਕੀ ਹੈ, ਕਿ ਵੈਦਰ ਦੇ ਵਾਂਟ ਟੂ ਥੀਏਟਰ ਦੈਟ, ਵੈਦਰ ਦੇ ਵਾਂਟ ਟੂ ਸੀ ਦਾ ਸਟਾਰ, ਹੈ ਨਾ। ਇਟ ਡਿਪੈਂਡਸ। all stars are not bad actors. ਇਹ ਵੀ ਜ਼ਰੂਰੀ ਨਹੀਂ ਵੀ all ਸਟਾਰ stars ਭੈੜੇ are not bad actors, like Nasiruddin Shah, Pankaj Kapoor, ਕਿੰਨਾ Anupam Kher, they are great actors, ਔਰ ਉਹਨਾਂ ਦਾ ਆਰਟ ਦੇਖਣ ਲਈ, ਔਰ they are very very embedded into theatre। ਇੱਕ ਨਾ ਹੋਰ ਵੀ ਇੱਕ ਚੀਜ਼ ਹੈਗੀ ਹੈ, ਇਹ ਜਿਹੜੀ ਤੁਹਾਡੇ ਇਸ ਸਵਾਲ ਦੀ ਜੜ 'ਚ ਕਿਤੇ ਪਈ ਹੈ ਨਾ। ਕਈ ਵਾਰੀ ਇਹ ਜਿਹੜੇ ਬਹੁਤ ਟ੍ਰੇਨਡ ਐਂਡ ਟੈਲੈਂਟਡ ਐਕਟਰਸ ਜਾਂ ਡਾਇਰੈਕਟਰਸ ਹੁੰਦੇ ਨਾ, ਕਈ ਵਾਰੀ ਨਾ ਥੋੜ੍ਹੀ ਜਿਹੀ ਕਾਮਨਰਸ ਤੋਂ ਡਿਸਟੈਂਸ ਵੀ ਕ੍ਰੀਏਟ ਕਰਨੀ ਸ਼ੁਰੂ ਕਰ ਦਿੰਦੇ। ਇਹ ਵੀ ਇੱਕ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਹੈ। ਫਿਰ ਜਾਂ ਤੁਸੀਂ ਇੰਨਾ ਕੁ ਸੇਫ ਗੇਮ ਖੇਡਣਾ ਚਾਹੁੰਦੇ ਹੋ ਕਿ ਜਿਹੜੇ ਬਹੁਤ ਪ੍ਰੋਫੈਸ਼ਨਲ ਐਕਟਰਸ ਨੇ, ਮੈਂ ਹਮੇਸ਼ਾ ਉਹਨਾਂ ਨਾਲ ਹੀ ਥੀਏਟਰ ਕਰਨਾ। ਕਿਉਂਕਿ ਨਵੇਂ ਨਾਲ ਜਦੋਂ ਕਰੋਗੇ ਤੁਹਾਨੂੰ ਮਿਹਨਤ ਵੱਧ ਕਰਨੀ ਪਊਗੀ, ਫਿਰ ਇੱਕ ਰਿਸਕ ਵੀ ਰਹੂਗਾ, ਜਿੱਦਾਂ ਨਵੀਂ ਸਕ੍ਰਿਪਟ ਨਾਲ ਹੁੰਦਾ। ਜਦੋਂ ਤੁਸੀਂ ਇੱਕ ਨਵੀਂ ਸਕ੍ਰਿਪਟ ਲੈ ਕੇ ਇਵੋਲਵ ਕਰੋਗੇ ਤਾਂ ਰਿਸਕ ਹੈ ਕਿ ਉਹ ਕਾਮਯਾਬ ਵੀ ਹੋ ਸਕਦੀ, ਥੋੜ੍ਹੀ ਇੱਦਾਂ ਹੋ ਸਕਦੀ। ਇੱਕ ਹੈਗਾ ਕਿ ਹਾਂ ਠੀਕ ਹੈ, ਮੈਂ ਆਧੇ ਅਧੂਰੇ ਕਰ ਰਿਹਾ, 50% ਜੋਬ ਤਾਂ ਮੋਹਨ ਰਾਕੇਸ਼ ਜੀ ਨੇ ਕਰਤੀ ਨਾ ਮੇਰੀ, ਤੇ ਪਤਾ ਲੋਕਾਂ ਨੂੰ ਆਧੇ ਅਧੂਰੇ ਹੋ ਰਿਹਾ, ਬਾਕੀ 50% ਮੈਂ ਮਿਹਨਤ ਕਰ ਰਹੀ ਹਾਂ। ਪਰ ਇੱਥੇ ਜ਼ਿਕਰ ਉਸ ਚੀਜ਼ ਦਾ ਵੀ ਆਉਂਦਾ ਹੈ ਕਿ ਜੇ ਜਿਵੇਂ ਨੈਸ਼ਨਲ ਸਕੂਲ ਆਫ ਡਰਾਮਾ ਜਿਹਾ ਵੱਡਾ ਅਦਾਰਾ ਹੈ, ਜੇ ਪੰਜਾਬੀਆਂ ਦੀ ਸ਼ਮੂਲੀਅਤ NSD ਦੇ ਵਿੱਚ ਕੀਤੀ ਜਾਏ ਤਾਂ ਅਸੀਂ ਉਂਗਲੀਆਂ ਤੇ ਗਿਣ ਸਕਦੇ ਹਾਂ। ਉਹ ਕੀ ਕਾਰਨ ਹੈ ਕਿ ਬੱਚੇ ਜਿਹੜੇ ਨੇ ਹਿੰਮਤ ਕਰਨ, ਉੱਥੇ ਪਹੁੰਚਣ ਔਰ ਆਡੀਸ਼ਨ ਪਾਸ ਕਰਨ। ਉਹ ਤੇ ਪ੍ਰੋਫੈਸ਼ਨਲ ਉਹਨਾਂ ਦੀ ਆਡੀਸ਼ਨ ਹੈ ਨਾ, ਉਹਦੇ ਤੇ ਨਹੀਂ ਤੁਹਾਡੀ ਡਿਗਰੀ 'ਚ ਕਿੰਨੇ ਨੰਬਰ ਨੇ ਜਾਂ ਤੁਹਾਡਾ ਬੈਕਗਰਾਊਂਡ ਕੀ ਹੈ ਨਾ, ਉਹ ਜਿਹੜਾ ਉਹਨਾਂ ਦਾ ਆਡੀਸ਼ਨ ਹੈ ਨਾ, ਪ੍ਰੋਫੈਸ਼ਨਲ ਆਡੀਸ਼ਨ, ਸਾਡੇ ਡਿਪਾਰਟਮੈਂਟ 'ਚ ਵੀ ਇਸ ਤਰ੍ਹਾਂ ਹੀ ਹੈ। ਉਹਨੂੰ ਪਾਸ ਕਰਨਾ, ਜਿਹੜਾ ਉਹਦੇ 'ਚ ਪਾਸ ਹੁੰਦਾ ਹੈ। ਪੰਜਾਬੀ ਕਈ ਗਏ ਨੇ,
ਪਰ ਕਿਉਂਕਿ ਪੰਜਾਬੀ ਇੱਕ ਸਾਲ ਇੰਡਸਟਰੀ 'ਚ- ਪੂਰੀ ਡੋਮਿਨੇਟ ਪਰ ਕਿਉਂਕਿ ਇੱਕ ਸਾਲ 'ਚ ਇੱਕ ਅੱਧਾ ਹੀ ਕੋਈ ਜਾਣਾ ਹੁੰਦਾ, ਲੇਕਿਨ ਆਲਮੋਸਟ ਐਵਰੀ ਈਅਰ ਇੱਕ ਦੋ ਬੰਦੇ ਜਾਂਦੇ ਹੀ ਆ। ਦ ਵੇ ਤੁਸੀਂ ਹਰਪਾਲ ਟਿਵਾਣਾ, ਨੀਨਾ ਟਿਵਾਣਾ ਤੋਂ ਸ਼ੁਰੂਆਤ ਕਰ ਲਓ ਕਰਕੇ। ਤੋਂ ਹੁਣ ਤੱਕ ਲਾਸਟ ਵੀ ਪਿਛਲੇ ਸਾਲ ਹੀ ਮੇਰਾ ਇੱਕ ਸਟੂਡੈਂਟ ਉੱਥੇ ਸਾਰਥਕ ਨਰੂਲਾ ਉਹ ਐਡਮਿਸ਼ਨ ਲਈ NST 'ਚ ਉਹ ਕਲੀਅਰ ਹੋਇਆ। ਇਸ ਵਾਰੀ ਵੀ ਮੇਰਾ ਇੱਕ ਸਟੂਡੈਂਟ NST 'ਚ ਵੀ ਜਾ ਰਿਹਾ। ਸੋ ਜਾਂਦੇ ਨੇ, ਐਦਾਂ ਨਹੀਂ ਗੱਲ, ਪਰ ਸਿਲੈਕਸ਼ਨ ਕਿਉਂ ਨਹੀਂ ਹੁੰਦੀ, ਤੁਹਾਡਾ ਟੈਲੈਂਟ ਉਹਨਾਂ ਨਹੀਂ ਹੁੰਦਾ। ਉੱਥੇ ਕੰਪੀਟੀਸ਼ਨ ਕਿੰਨਾ ਹੈ, ਆਲ ਓਵਰ ਇੰਡੀਆ ਤੋਂ, ਆਲ ਓਵਰ ਇੰਡੀਆ ਤੋਂ ਹੁੰਦੇ ਨੇ। ਐਂਡ ਇੱਕ ਹੋਰ ਚੀਜ਼ ਵੀ ਉੱਥੇ ਇੱਕ ਹੈਗੀ ਹੈ ਕਿ ਜਿਹੜੇ ਸਾਊਥ ਵਗੈਰਾ ਦੇ ਜਿਹੜੇ ਆਉਂਦੇ ਨੇ ਨਾ, ਉਹ ਨਾ ਕਈ ਵਾਰੀ ਜਿਹੜਾ ਨ੍ਰਿਤ ਹੈ ਉਹਦੇ ਵਿੱਚ ਸਾਨੂੰ ਬਾਜ਼ੀ ਮਾਰ ਜਾਂਦੇ ਕਈ ਵਾਰੀ। ਉਹਨਾਂ ਦੀ ਬਾਡੀ ਮੂਵਮੈਂਟ ਸਾਡੇ ਤੋਂ ਕਈ ਵਾਰੀ ਬਹੁਤ ਬੈਟਰ ਹੁੰਦੀਆਂ ਉਹਨਾਂ ਦੀਆਂ, ਹੈ ਨਾ। ਅਸੀਂ ਪੰਜਾਬੀ ਦਾ ਸਾਡਾ ਜੁੱਸਾ ਥੋੜ੍ਹਾ ਜਿਹਾ ਸਖਤ ਕਿਸਮ ਦਾ ਹੁੰਦਾ ਪੰਜਾਬੀਆਂ ਦਾ, ਨਾ ਫਲੈਕਸੀਬਿਲਿਟੀ ਕਈ ਵਾਰੀ ਉਹਨਾਂ ਦੀ ਘੱਟ ਹੁੰਦੀ flexibility ਹੈ। ਜ਼ਿਆਦਾ ਮੈਂ ਕਈ ਵਾਰੀ ਹੁੰਦੀ ਉੱਥੇ NST ਪੁੱਛਦਾ, ਉਹ ਕਹਿੰਦੇ ਤੁਹਾਡੇ ਕਈ ਵਾਰੀ ਰੀਜ਼ਨ ਹੈ ਕਿ ਤੁਹਾਡੇ ਨਾ ਸਟਿਫ ਹੁੰਦੇ ਕਈ ਵਾਰੀ। ਤੇ ਇਸ ਦੌਰਾਨ ਕੋਈ ਅਜਿਹਾ ਵਿਸ਼ਾ ਵੀ ਹੈ ਜਿਸ ਨੇ ਤੁਹਾਨੂੰ ਮਜਬੂਰ ਕੀਤਾ ਹੋਇਆ ਕਦੀ ਉਸ ਉੱਤੇ ਨਾਟਕ ਖੇਡਣ ਤੇ ਜਾਂ ਨਾਟਕ ਲਿਖਣ ਤੇ? ਮੈਨੂੰ ਤਾਂ ਕੀਤਾ ਜੀ, ਸ਼ਿਵ ਬਟਾਲਵੀ ਦਾ ਲੂਣਾ ਮੈਂ ਲੇਟੈਸਟ ਕੀਤਾ। ਮੈਂ 2 ਸਾਲ ਪਹਿਲਾਂ ਉਹਨਾਂ ਦੀ ਪ੍ਰੋਜ਼ ਵਾਲੀ ਪੜ੍ਹੀ ਸੀ, ਉਹਨੂੰ ਫਿਰ 90% ਡਾਇਲੌਗ ਬਣਾ ਕੇ 10 ਸੌਂਗ ਕੱਢ ਕੇ ਉਹ ਡਿਡ। ਮੈਂ ਤਾਂ ਇਹੀ ਐਗਜ਼ਾਮਪਲ ਦੇ ਸਕਦਾ ਤੁਹਾਨੂੰ ਜੀ। ਬਾਕੀ ਕਈ ਵਾਰੀ ਕੋਈ ਸਬਜੈਕਟ ਹੁੰਦਾ, ਜਿਵੇਂ ਨਾ ਜਦੋਂ ਦਿੱਲੀ ਦੇ ਵਿੱਚ ਹੋਇਆ ਉਹ ਜਿਹੜਾ ਕਾਂਡ ਹੋਇਆ ਸੀ, ਬੱਸ ਦੇ ਵਿੱਚ ਲੜਕੀ ਰੇਪ ਹੋਈ ਸੀ ਤੇ ਬਾਅਦ ਡੈਥ ਹੋ ਗਈ ਸੀ। ਤੇ ਦਾ ਹੁੰਦਾ ਨਾ ਕਈ ਵਾਰੀ ਥੀਏਟਰ ਦੇ ਵਿੱਚ ਇਹ ਵੀ ਹੁੰਦਾ ਕਿ ਤੁਸੀਂ ਇੱਕਦਮ ਕੰਟੈਂਪਰੇਰੀ ਕੋਈ ਇਸ਼ੂ ਚੁੱਕੋ ਤੇ ਨਾਟਕ ਕਰੋ। ਮੈਨੂੰ ਸੀ ਨਹੀਂ, ਇਹ ਨਹੀਂ ਹੈ। ਮੈਨੂੰ ਸੀ ਕਿ ਇਹ ਫਿਨੋਮੀਨਾ ਮੈਨੂੰ ਹੌਂਟ ਕਰ ਰਿਹਾ ਕਿ ਇਹ ਕਿੱਥੋਂ ਆਇਆ ਕਿ ਇੱਕ ਮਰਦ, ਇੱਕ ਬੰਦਾ, ਇੱਕ ਲੜਕਾ ਜਾਂ ਇੱਕ ਬੰਦਾ ਇਹ ਸਮਝਦਾ ਕਿ ਹਾਂ ਆਈ ਕੈਨ ਰੇਪ, ਕਿ ਮੈਂ ਧੱਕਾ ਕਰ ਸਕਦਾ, ਹੈ ਨਾ। ਮੈਨੂੰ ਸੀ ਇਹਦੇ ਫਿਨੋਮੀਨਾ ਦੇ ਪਿੱਛੇ ਕਿਤੇ ਕੋਈ ਮਰਦਾਨਗੀ ਦਾ ਗਲਤ ਕਨਸੈਪਟ ਕਿਤੇ ਪਿਆ ਸਾਡੇ ਅੰਦਰ, ਜਦੋਂ ਅਸੀਂ ਨਾ ਤਾਂ ਹੀ ਇਹ ਰੇਪ ਅਸੀਂ ਕਰ ਸਕਦੇ। ਸੋ ਫਿਰ ਨਾ ਮਿਰਜ਼ਾ ਆਇਆ ਮੇਰੇ ਦਿਮਾਗ ਦੇ ਵਿੱਚ ਕਿ ਮਿਰਜ਼ਾ ਸਾਹਿਬਾਂ ਦਾ ਕਿੱਸਾ, ਫਿਰ ਮੈਂ ਉਹਨੂੰ ਰਿਲੇਟ ਕਰਕੇ ਤੇ ਨਾਟਕ ਲਿਖਿਆ ਮਰਦ ਬੱਚਾ। 300 ਸਾਲਾ ਮਨਾਇਆ ਗਿਆ ਖਾਲਸਾ ਦਾ, ਔਰ ਅਨੰਦਪੁਰ ਸਾਹਿਬ ਫਾਊਂਡੇਸ਼ਨ ਬਣੀ। ਉਹਨਾਂ ਨੇ ਸਾਰੇ ਰੰਗ ਕਰਮੀਆਂ ਨੂੰ ਬੁਲਾਇਆ ਕਿ ਵੀ 300 ਸਾਲਾਂ 'ਤੇ ਨਾਟਕ ਕਰੋ। ਨੀਲਮ ਨੂੰ ਬੁਲਾਇਆ, ਨੀਲਮ ਮਾਨ ਸਿੰਘ, ਮੈਨੂੰ ਵੀ ਬੁਲਾਇਆ। ਅਸੀਂ ਦੋਵਾਂ ਨੇ ਮਨਾ ਕਰ ਦਿੱਤਾ। ਉੱਥੇ ਗੀਤਿਕਾ ਕਲਾ ਹੁੰਦੇ ਸਨ, ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੁਹਾਡੇ ਵਰਗੇ ਰੰਗ ਕਰਮੀ ਨਹੀਂ ਕਰਨਗੇ ਤਾਂ ਪੈਸਾ ਇੱਧਰ ਉੱਧਰ, ਪੈਸਾ ਕਾਫੀ ਗ੍ਰਾਂਟ ਮਿਲੀ ਹੈ। ਅਤੇ ਆਈ ਸੈਡ ਚਲੋ ਮੈਨੂੰ ਥੋੜ੍ਹਾ ਜਿਹਾ ਮਾਈਂਡ ਅਪਲਾਈ ਕਰਨ ਦੀ ਮੈਨੂੰ ਇਜਾਜ਼ਤ ਦਿਓ। ਆਈ ਗੋ ਟੂ ਨਾਡਾ ਸਾਹਿਬ, ਉੱਥੇ ਫੈਸਟੀਵਲ ਹੋ ਰਿਹਾ ਸੀ ਢਾਡੀਆਂ ਦਾ, ਤਾਂ 3 ਢਾਡੀ ਖੜ੍ਹੇ ਹੁੰਦੇ ਨੇ। ਅਤੇ ਮੈਂ ਇਸ ਕਰਕੇ ਨਹੀਂ ਸੀ ਕਰਨਾ ਚਾਹੁੰਦੀ ਕਿ ਨਾ ਗੁਰੂ ਸਾਹਿਬ ਦਿਖਾ ਸਕਦੇ ਹਾਂ, ਨਾ ਉਹਨਾਂ ਦਾ ਕੋਈ ਰਿਸ਼ਤੇਦਾਰ, ਨਾ ਉਹਨਾਂ ਦੇ ਨਾਲ ਕੋਈ ਸੰਪਰਕ ਰੱਖਣ ਵਾਲਾ ਬੰਦਾ ਤੁਸੀਂ ਦਿਖਾ ਸਕਦੇ ਹੋ। ਸੋ ਮੈਂ ਕਿਹਾ ਵੀ ਨਾਟਕ ਕਿਵੇਂ ਕਰੀਏ, ਅਤੇ ਮੁਸਲਮਾਨ ਬਾਦਸ਼ਾਹ ਅਤੇ ਇੱਕ ਨੇਕ ਬੀਵੀ ਦਿਖਾ ਦਿੱਤੀ, ਬਸ ਉਹ ਕੀ ਨਾਟਕ ਹੋਇਆ। ਅਤੇ ਮੈਂ ਮਨਾ ਕੀਤਾ। ਸੋ ਪਰ ਉੱਥੇ ਜਦੋਂ ਮੈਂ ਢਾਡੀਆਂ ਨੂੰ ਦੇਖਿਆ ਕਿ 3 ਹੁੰਦੇ ਨੇ ਢਾਡੀ, ਇੱਕ ਸਰੰਗੀ ਵਜਾਉਂਦਾ, ਇੱਕ ਢੱਡ ਵਜਾਉਂਦਾ, ਅਤੇ ਇੱਕ ਕਹਿੰਦਾ ਮੇਰਾ ਤੇਗ ਬਹਾਦਰ ਨਾਮ ਹੈ, ਸੁਣ ਮੁਗਲ ਹਕੂਮਤ ਭਾਰੀਏ, ਸਾਡੇ ਸਿਰ ਵਿੱਚ ਠਾਕੁਰ ਵਸਦਾ, ਤੇਰੇ ਸਿਰ ਵਿੱਚ ਠਰਕ ਠਕਾਰੀਏ, ਅੱਜ ਭਰੀ ਸਭਾ ਵਿੱਚ ਆਣ ਕੇ ਅਸੀਂ ਉੱਚੀ ਲਲਕਰ ਮਾਰੀਏ, ਗੁਰੂ ਅਰਜਨ ਪਿੱਛੋਂ ਜ਼ਾਲਮੋ ਅੱਜ ਆਈ ਸਾਡੀ ਵਾਰੀ ਹੈ। ਮੈਂ ਕਿਹਾ ਤੇ ਇੰਪਰਸੋਨੇਟ ਕਰ ਰਿਹਾ। ਸੋ ਆਈ ਵਾਜ਼ ਦ ਫਸਟ ਵਨ ਟੂ ਟੇਕ ਆਲ ਦ ਗੱਤਕਾ ਪਲੇਅਰਸ, ਕਨਵਰਟ them into actors, and ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਐਂਡ ਤੁਲਸੀ ਸ਼ਾਇਰੋਂ ਨੇ ਜਿਨ੍ਹਾਂ ਨੂੰ ਅਕੈਡਮੀ ਅਵਾਰਡ ਮਿਲਿਆ ਸੀ, ਬਾਦਸ਼ਾਹ ਦਰਵੇਸ਼ ਉਹਨਾਂ ਨੇ ਇੱਕ ਵੱਡਾ ਐਪਿਕ ਲਿਖਿਆ ਸੀ। ਇਹਨਾਂ ਦੋਨਾਂ ਨੂੰ ਲੈ ਕੇ ਪਲੇ ਬਣਾਇਆ। ਬੰਗਾਲ ਦੀ ਇੱਕ ਥੀਏਟਰ ਆਰਟਿਸਟ ਸੀ ਜੋ ਕਿ 1874 ਈਸਵੀ ਦੇ ਵਿੱਚ ਰੰਗਮੰਚ ਦੇ ਵਿੱਚ ਆਉਂਦੀ ਹੈ ਅਤੇ 12 ਸਾਲ ਕੰਮ ਕਰਦੀ ਅਤੇ ਰੰਗਮੰਚ ਛੱਡ ਕੇ ਚਲੇ ਜਾਂਦੀ ਹੈ। ਮੈਂ ਜਦੋਂ ਪਹਿਲੀ ਵਾਰੀ ਉਹ ਸਕ੍ਰਿਪਟ ਪੜ੍ਹੀ ਸੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਸੀ ਕਿ ਕੋਈ ਔਰਤ ਆਪਣੇ ਆਪ ਨੂੰ ਰੰਗਮੰਚ ਦੀ ਖਾਤਰ ਦਾਅ 'ਤੇ ਲਾ ਰਹੀ ਹੈ। ਸੋ ਆਪਣੇ ਆਪ ਨੂੰ ਵੇਚ ਦਿੰਦੀ ਹੈ ਉਹ ਰੰਗਮੰਚ ਦੀ ਖਾਤਰ। ਸੋ ਬੜਾ ਮੇਰੇ ਰੌਂਗਟੇ ਖੜ੍ਹੇ ਹੋ ਜਾਂਦੇ ਆ ਜਦੋਂ ਮੈਂ ਉਸ ਔਰਤ ਬਾਰੇ ਪੜ੍ਹਦੀ ਹਾਂ ਜਾਂ ਸੁਣਦੀ ਸੀਗੀ। ਉਹਦੀ ਆਟੋਬਾਇਓਗ੍ਰਾਫੀ ਵੀ ਪੜ੍ਹਨ ਨੂੰ ਮਿਲੀ। ਉਸ ਦੇ ਉੱਤੇ ਅਸੀਂ ਇੱਕ ਨਾਟਕ, ਪੰਜਾਬੀ ਨਾਟਕ ਕੀਤਾ ਅਤੇ ਹੁਣ ਵੀ ਮੈਨੂੰ ਮੌਕਾ ਮਿਲਿਆ, ਮੈਂ ਬਾਈ ਚਾਂਸ ਕਲਕੱਤੇ ਅਸੀਂ ਲੋਹਾ ਕੁੱਟ ਕਰਨ ਗਏ ਸੀ ਤਾਂ ਉਹਨਾਂ ਦਾ ਉਹ ਸਟਾਰ ਥੀਏਟਰ ਦੇਖਣ ਦੀ ਇੱਛਾ ਸੀ ਮੇਰੀ, ਅਤੇ ਉਹ ਮੇਰੀ ਇੱਛਾ ਪੂਰੀ ਹੋਈ ਹੈ। ਮੈਂ ਹੁਣ ਵੀ ਜਾ ਕੇ ਆਈ ਹਾਂ ਉਹਨਾਂ ਦੇ ਰੰਗਮੰਚ ਦੇ ਵਿੱਚ, ਜਿੱਥੇ ਨਟੀ ਵਿਨੋਦਨੀ ਨੇ ਉਹ ਥੀਏਟਰ ਸ਼ੁਰੂ ਕੀਤਾ ਸੀ, ਸਟਾਰ ਥੀਏਟਰ, ਜਿਹਦੇ ਨਾਮ ਦੇ ਉੱਤੇ, ਵਿਨੋਦਨੀ ਦੇ ਨਾਮ ਦੇ ਉੱਤੇ ਥੀਏਟਰ ਨਹੀਂ ਰੱਖਿਆ ਗਿਆ ਸੀ। ਆਪਣੇ ਆਪ ਨੂੰ ਉਹਨੇ ਥੀਏਟਰ ਦੀ ਖਾਤਰ ਬਹੁਤ ਕੁਰਬਾਨੀ ਦਿੱਤੀ, ਪਰ ਉਸ ਥੀਏਟਰ ਦਾ ਨਾਮ ਰੱਖਿਆ ਗਿਆ ਸੀ ਸਟਾਰ ਥੀਏਟਰ। ਅੱਜ ਇੱਥੇ ਵੱਖਰੇ ਵੱਖਰੇ ਰੰਗ ਜਿਹੜੇ ਨੇ ਉਹ ਸੋਚ ਦੇ ਵੀ ਨਜ਼ਰ ਆਏ ਨੇ, ਨਜ਼ਰੀਏ ਦੇ ਵੀ ਨਜ਼ਰ ਆਏ ਨੇ ਅਤੇ ਰੰਗਮੰਚ ਦੇ ਵੀ ਨਜ਼ਰ ਆਏ ਨੇ। ਪਰ ਰੰਗਮੰਚ ਦਾ ਰੰਗ ਉਦੋਂ ਹੀ ਹੈ ਜੇ ਰੰਗ ਜਿਹੜਾ ਉਹ ਸਿਰ ਚੜ੍ਹ ਕੇ ਬੋਲੇ। ਜਾਣ ਤੋਂ ਪਹਿਲੇ ਜੇ ਚਾਹਾਂਗੇ ਕਿ ਬਰੀਫ ਦੇ ਵਿੱਚ, ਵੈਸੇ ਸੁਨੇਹੇ ਤਾਂ ਅਸੀਂ ਬੜੇ ਦਿੰਦੇ ਰਹਿੰਦੇ, ਪਰ ਕੋਈ ਜ਼ਿਕਰ ਜੋ
ਅੱਜ ਦੇ ਜੋ ਰੰਗਕਰਮੀ ਨੇ ਜਾਂ ਰੰਗਮੰਚ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਤੁਸੀਂ ਕਰਨਾ ਚਾਹੋ? Be true to yourself, be true to Rangmanch, and whatever, you are the priest of truth, according to Stanislavski. So, जो भी काम करना है वो इस नहीं कि भी शुगलखोरी है, मज़ा आंदा है ना, स्टेज उत्ते चढ़ जाइए, फोटो खिंची जाती है, you know, उन्हां सारियां चीज़ां तो दूर हट के किते जाके if you find the core of that feeling कि भी ਜਿਹੜੀ ਤੁਹਾਨੂੰ ਸੋਲ ਦੀ ਖੁਰਾਕ, ਤੁਹਾਡੀ ਰੂਹ ਦੀ ਖੁਰਾਕ ਜਿੱਥੇ ਬਣੇ, ਉਹ ਥੀਏਟਰ ਹੈ, ਉਹ ਰੰਗਮੰਚ ਹੈ। ਮੈਨੂੰ ਫੀਲਿੰਗ ਹੁੰਦੀ ਹੈ ਜਿਹੜੇ ਯੰਗ ਥੀਏਟਰ ਆਉਂਦੇ ਆ ਨਾ, ਉਹ ਹੈ ਕਿ ਬੜੀ ਜਲਦੀ ਜਿਹੜਾ ਕਿ ਪ੍ਰਸਿੱਧੀ ਚਾਹੁੰਦੇ ਆ ਨਾ, ਦੇਵਾਂ ਕਿ ਇੰਸਟੈਂਟਲੀ ਮਿਲ ਜਾਏ ਨਾ, ਤੇ ਉਹਨਾਂ ਨੂੰ ਥੋੜ੍ਹਾ ਜਿਹਾ ਸਬਰ ਰੱਖ ਕੇ ਪੈਸ਼ਨ ਦੇ ਨਾਲ ਥੀਏਟਰ ਕਰਨਾ ਚਾਹੀਦਾ। ਸਿਰਫ ਫੈਸ਼ਨ ਸਮਝ ਕੇ ਥੀਏਟਰ ਨਹੀਂ ਕਰਨਾ ਚਾਹੀਦਾ। ਯੂ ਸ਼ੁੱਡ ਬੀ ਪੈਸ਼ਨੇਟ ਵਾਟ ਯੂ ਵਾਂਟ ਫॉर दैट। ਤਾਂ ਆਪਾਂ ਕਹਿੰਦੇ ਕਿ ਰੰਗਮੰਚ ਮਿਰਰ ਹੈ, ਆਪਾਂ ਹਮੇਸ਼ਾ ਕਹਿੰਦੇ ਕਿ ਮਿਰਰ ਹੈ, ਸੁਸਾਇਟੀ ਨੂੰ ਮਿਰਰ ਦਿਖਾਉਂਦਾ, ਤੇ ਮਿਰਰ ਉਦੋਂ ਹੀ ਰੀਅਲ ਪਿਕਚਰ ਦਿਖਾ ਸਕੇਗਾ ਜੇ ਮਿਰਰ ਖੁਦ ਸਾਫ਼ ਹੋਵੇ। ਸੋ ਇਹ ਜ਼ਰੂਰ ਹੈ ਕਿ ਰੰਗਕਰਮੀ ਨੂੰ, ਸਾਫ਼ ਦਾ ਮਤਲਬ ਇਹ ਨਹੀਂ ਹੈ ਕੋਈ ਉਹਦਾ ਕੋਈ ਕਰੈਕਟਰ ਇੱਦਾਂ ਹੋਵੇ ਜਾਂ ਕੁਛ, ਰੰਗਕਰਮੀ ਦਾ ਉਹ ਖੁਦ ਬਹੁਤ ਮੈਚਿਓਰ ਹੋਣਾ ਚਾਹੀਦਾ, ਉਹਨੂੰ ਆਪਣੇ ਆਲੇ ਦੁਆਲੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਉਹਨੂੰ ਆਪਣੀ ਕਲਾ ਨੂੰ ਵਿਕਸਿਤ ਕਰਨ ਲਈ ਬਹੁਤ ਐਫਰਟ ਕਰਨਾ ਚਾਹੀਦਾ, ਖੜ ਨਹੀਂ ਜਾਣਾ ਚਾਹੀਦਾ ਕਿਤੇ ਕਿ ਮੈਂ ਹੁਣ ਬਹੁਤ ਕਰ ਲਿਆ, ਬਹੁਤ ਅੱਛਾ ਹੋ ਗਿਆ, ਨਹੀਂ, ਕਿਉਂਕਿ ਸੁਸਾਇਟੀ ਡੇਲੀ ਚੇਂਜ ਹੋ ਰਹੀ ਹੈ। ਕਦੇ ਅੰਬਰ ਕਲਾਵੇ ਵਿੱਚ, ਕਦੇ ਬਸ ਕਿਣ ਕੇ ਮਾਤਰ ਹਾਂ, ਤੂੰ ਕਾਲੀ ਰਾਤ ਦਾ ਸੂਰਜ, ਮੈਂ ਧੁੰਦਲੀ ਲੋਹ ਦੀ ਕਾਤਰ ਹਾਂ, ਜੀਣ ਦੀ ਆਰਜ਼ੂ ਕੁਰਬਾਨ ਕਰਕੇ ਜੀ ਨਹੀਂ ਹੁੰਦਾ, ਜੋ ख्वाबां ਦੇ ਖੰਭ ਦੇਵੇ ਜਿਉਂਦੀ ਰੰਗਮੰਚ ਖਾਤਰ। ਲੋਕ ਥੀਏਟਰ, ਫੋਕ ਥੀਏਟਰ ਨੂੰ ਜਿੰਦਾ ਰੱਖਣਾ ਚਾਹੀਦਾ ਸਾਨੂੰ। ਫੋਕ ਥੀਏਟਰ ਜਿੰਦਾ ਰਹੇਗਾ, ਨਾਟਕ ਜਿੰਦਾ ਰਹੇਗਾ, ਲੋਕਾਂ ਤੱਕ ਜਾਏਗਾ। ਤੁਸੀਂ ਇਸ ਅਡੰਬਰ ਤੋਂ ਦੂਰ ਹੋ, ਪ੍ਰੋਸੀਨੀਅਮ ਥੀਏਟਰ ਦੇ ਲਾਈਟਸ ਤੋਂ ਦੂਰ ਹੋ ਕੇ ਲੋਕਾਂ ਨੂੰ ਘਰਾਂ ਤੱਕ ਲੈ ਕੇ ਜਾਓ, ਪਿੰਡਾਂ ਤੱਕ ਲੈ ਕੇ ਜਾਓ। ਉੱਥੇ ਚੁਰਾਹੇ 'ਤੇ ਜਿਹੜੇ ਪਹਿਲੇ ਨਾਟਕ ਹੁੰਦੇ ਸੀ ਜਾਂ ਨੁੱਕੜ ਨਾਟਕ ਹੁੰਦੇ ਆ, ਇੱਦਾਂ ਜਿਹੜੇ ਪੰਚਾਇਤ ਵਿੱਚ ਨਾਟਕ ਹੁੰਦੇ ਸੀ, ਜੇ ਉਹ ਰੱਖਾਂਗੇ ਤਾਂ ਲੋਕਾਂ ਨੂੰ ਆਪਣੀ ਗੱਲ ਸਮਝ ਆਏਗੀ, ਸਿਨੇਮਾ ਵੱਲ ਘੱਟ ਭੱਜਾਂਗੇ ਔਰ ਥੀਏਟਰ ਜਿੰਦਾ ਰਹੇਗਾ।